ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀਤ ਹਰਜੀਤ ਜਤਿੰਦਰ ਸਿੰਘ ਹਾਂਸ ਦੀ ਕਹਾਣੀ ਬਦਕਾਰ ਲੈ ਕੇ ਹਾਜ਼ਰ ਹਾਂ। ਜੱਜ ਨੇ 7 ਸਾਲ ਦੀ ਸਜ਼ਾ ਸੁਣਾ ਦਿੱਤੀ। ਮੈਨੂੰ ਪਹਿਲਾਂ ਹੀ ਲੱਗਦਾ ਸੀ ਇਹੋ ਹੋ ਜਾਣਾ। ਜਦੋਂ ਕਾਲੀ ਬੋਲੀ ਰਾਤ ਆਉਂਦੀ ਹੈ, ਪਰਛਾਵਾਂ ਵੀ ਛਾਤ ਛੱਡ ਦਿੰਦਾ। ਬਹੁਤੇ ਤਾਂ ਮੈਨੂੰ ਇਸੇ ਕਰਕੇ ਨਫ਼ਰਤ ਕਰਦੇ, ਕਹਿੰਦੇ ਉਹਨੇ ਤੀਵੀਂ ਹੋ ਕੇ ਕਾਰਾ ਕੀਤਾ। ਜੱਜ ਨੇ ਸਰਕਾਰੀ ਵਕੀਲ ਦਵਾ ਕੇ ਲੇਪਾ ਪੋਚੀ ਜਿਹੀ ਕਰਤੀ ਸੀ। ਦੁਨੀਆ ਭਰ ਦੀ ਲੰਡ-ਮੀਣ ਤੋਂ ਲੈ ਕੇ ਸਰਕਾਰ ਤੱਕ ਦੀ ਹਮਾਇਤ ਹਮਦਰਦੀ। ਸਰਪੰਚ, ਜਿਹੜਾ ਹੁਣ ਚੇਅਰਮੈਨ ਬਣ ਗਿਆ ਸੀ, ਨਾਲ ਸੀ। ਵਕੀਲ ਮੈਨੂੰ ਮੇਰਾ ਘੱਟ, ਸਰਪੰਚ ਦਾ ਵੱਧ ਲੱਗਦਾ। ਉਸ ਦੋਗਲੇ ਬੰਦੇ ਨਾਲੋਂ ਆਪਣਾ ਕੇਸ ਆਪ ਲੜਦੀ ਤਾਂ ਜਿੱਤ ਜਾਂਦੀ। ਉਹ ਤਾਂ ਇਹ ਵੀ ਸਾਬਤ ਨਾ ਕਰ ਸਕਿਆ ਜਦੋਂ ਇਹ ਘਟਨਾ ਵਾਪਰੀ ਮੈਂ ਅਜੇ ਨਾਬਾਲਗ ਸੀ। ਉਲਟਾ ਮੈਨੂੰ ਕਹੀ ਜਾਵੇ, ਸਿਮਰ, ਜੇ ਮੌਕੇ 'ਤੇ ਗਵਾਹ ਨਾ ਹੁੰਦੇ ਤੂੰ ਬਰੀ ਹੋ ਜਾਣਾ ਸੀ। ਤੁਸੀਂ ਵੀ ਜਾਣਦੇ ਹੋ ਵਕੀਲ ਸਾਹਿਬ, ਗਵਾਹ ਝੂਠੇ ਨੇ। ਤੇਰੇ ਇਕਬਾਲੀਆ ਬਿਆਨ ਵੀ ਤੈਨੂੰ ਸਜ਼ਾ ਦਿਵਾਉਣ ਲਈ ਕਾਫੀ ਹਨ। ਮੈਂ ਸੋਚ ਲਿਆ, ਕਾਲੇ ਰੰਗ ਦਾ ਕੋਟ ਪਾਈ ਫਿਰਦਾ ਇਹ ਬੰਦਾ ਮਨ ਦਾ ਕਾਲਾ ਹੈ ਤੇ ਕਾਲੇ ਕੰਮ ਵਾਲਿਆਂ ਨਾਲ ਮਿਲਿਆ ਹੋਇਆ ਹੈ। ਮਾਮੇ ਤੋਂ ਬਿਨਾਂ ਸਾਰੇ ਰਿਸ਼ਤੇਦਾਰ ਮੂੰਹ ਮੋੜ ਗਏ। ਮਾਮੇ ਨੇ ਮੇਰੀ ਬਾਹਰੋਂ ਬਾਹਰ ਜ਼ਮਾਨਤ ਕਰਾਉਣ ਲਈ ਬਹੁਤ ਭੱਜ ਨੱਠ ਕੀਤੀ। ਪੁਲਿਸ ਤੋਂ ਕਦੇ ਕਿਤੇ ਲੁਕਾਉਂਦਾ ਰਿਹਾ। ਜੱਜ ਨੇ ਮੈਨੂੰ ਭਗੌੜਾ ਕਰਾਰ ਦੇ ਦਿੱਤਾ। ਹਾਰ ਕੇ ਮੈਨੂੰ ਕਚਹਿਰੀਆਂ 'ਚ ਪੇਸ਼ ਹੋਣਾ ਪਿਆ। ਫਿਰ ਅਣਹੋਣੀ ਵਾਪਰ ਗਈ। ਮਾਮਾ ਤੇ ਪਾਪਾ ਤਰੀਕ ਤੇ ਆ ਰਹੇ ਸੀ। ਸਕੂਟਰ ਦਾ ਐਕਸੀਡੈਂਟ ਹੋ ਗਿਆ। ਪਾਪਾ ਤਾਂ ਮੌਕੇ 'ਤੇ ਹੀ ਪੂਰਾ ਹੋ ਗਿਆ, ਮਾਮਾ ਮੰਜੇ ਜੋਗਾ ਹੋ ਗਿਆ। ਉਹਦਾ ਇੱਕ ਪੈਰ ਕੱਟਣਾ ਪਿਆ। ਮੈਂ ਪਾਪੇ ਦਾ ਗਲਾ ਵੱਢ ਦੇਣਾ। ਸਾਡੇ ਗੁਆਂਢੀ ਪਿੰਡ ਸਾਇਆ ਸ਼ਰਾਬੀ ਬੰਦਾ ਆਪਣੇ ਟੱਬਰ ਨੂੰ ਬਹੁਤ ਤੰਗ ਕਰਦਾ ਸੀ। ਪਾਪੇ ਵਾਂਗੂ ਦਾਰੂ ਪੀ ਕੇ ਆਉਂਦਾ। ਇੱਕ ਦਿਨ ਸਾਰੇ ਟੱਬਰ ਦੀ ਕੁੱਟਮਾਰ ਕਰਕੇ ਵਿਹੜੇ 'ਚ ਮੰਜੇ 'ਤੇ ਪੈ ਕੇ ਸੌਂ ਗਿਆ। ਉਹਦਾ ਜਵਾਨ ਪੁੱਤ ਨਿੱਤ ਦੇ ਕਲੇਸ਼ ਤੋਂ ਤੰਗ ਸ਼ਰਾਬੀ ਬੰਦੇ ਦੇ ਮੰਜੇ ਕੋਲ ਤਾਜ਼ੀ ਚੰਡੀ ਕਹੀ ਪਈ ਤੀ। ਮੁੰਡੇ ਨੇ ਕਹੀ ਚੱਕ ਕੇ ਬਾਪ ਦਾ ਗਲਾ ਵੱਢ ਦਿੱਤਾ। ਪ੍ਰਾਂਤ ਖੂਨ ਦੀ ਭਰ ਕੀਤੀ। ਮੇਰਾ ਵੀ ਜੀਅ ਕਰਦਾ ਸੁੱਤੇ ਪਏ ਪਾਪੇ ਦੇ ਆਰੀ ਨਾਲ ਗਲਾ ਵੱਢ ਚੀਰਦਾ। ਸੁਪਨੇ ਵਿੱਚ ਵੀ ਮੈਨੂੰ ਲਾਲ ਲਾਲ ਰੰਗ ਦਿਖਾਈ ਦੇਈ ਜਾਂਦਾ। ਹਾਏ, ਖੂਨ ਦਿਸਣਾ ਮਾੜਾ ਹੁੰਦਾ। ਭੇਡੇ, ਤੈਂ ਮੇਰੇ ਹੱਥੋਂ ਮਾਰਨਾ। ਪਾਪਾ ਖੁਰਦਰੀ ਆਵਾਜ਼ ਵਿੱਚ ਘੂਰੂਗਾ। ਇੱਕ ਵਾਰ ਬੀਬੀ ਨਾਲ ਲੜਦੇ ਨੂੰ ਮੈਂ ਛਡਾਉਣ ਲੱਗੀ, ਗੁੱਤੋਂ ਫੜ ਕੇ ਮੈਨੂੰ ਕੰਧ ਨਾਲ ਮਾਰਿਆ। ਮੇਰਾ ਸਿਰ ਪਾਟ ਗਿਆ। ਹਾਏ ਰੱਬਾ, ਪਾਪਾ ਸਾਨੂੰ ਪਿਆਰ ਕਿਉਂ ਨਹੀਂ ਕਰਦਾ? ਮੇਰੀਆਂ ਸਾਰੀਆਂ ਸਹੇਲੀਆਂ ਦੇ ਪਾਪੇ ਉਹਨਾਂ 'ਤੇ ਜਾਨ ਵਾਰ ਦਿੰਦੇ ਨੇ, ਉਹਨਾਂ ਨਾਲ ਗੱਲਾਂ ਕਰਦੇ ਨੇ, ਸਿਰ 'ਤੇ ਹੱਥ ਰੱਖ ਕੇ ਪਿਆਰ ਦਿੰਦੇ ਨੇ। ਜੋ ਕੁਝ ਮੰਗਦੀਆਂ ਨੇ ਝੱਟ ਹਾਜ਼ਰ ਕਰ ਦਿੰਦੇ ਨੇ। ਇਹ ਤਾਂ ਕਦੇ ਸਿਮਰ ਕਹਿ ਕੇ ਵੀ ਨਹੀਂ ਬੁਲਾਇਆ। ਉਹਨੂੰ ਪਤਾ ਹੀ ਨਹੀਂ ਪਿਆਰ ਕਿਸ ਸ਼ੈ ਨੂੰ ਕਹਿੰਦੇ ਨੇ। ਛੋਟੀਆਂ ਭੈਣਾਂ ਨਾਲ ਵੀ ਮੇਰਾ ਵਾਲਾ ਵਿਹਾਰ ਹੀ ਕਰਦਾ। ਸਭ ਤੋਂ ਵੱਧ ਬੀਬੀ ਦੇ ਹੱਡ ਛੇਕਦਾ। ਦੋਵੇਂ ਇੱਕ ਦੂਜੇ ਨੂੰ ਇੰਨੀ ਨਫ਼ਰਤ ਕਰਦੇ ਨੇ, ਪਤਾ ਨਹੀਂ ਬੀਬੀ ਦਾ ਢਿੱਡ ਕਿਵੇਂ ਵਧਿਆ ਰਹਿੰਦਾ। ਇੱਕ ਦਿਨ ਸ਼ਾਮੀ ਸ਼ਾਇਦ ਭਾਪੇ ਨੂੰ ਲੜਨ ਲਈ ਕੋਈ ਹੋਰ ਗੱਲ ਨਾ ਸੁੱਝੀ, ਬੀਬੀ ਦੇ ਢਿੱਡ ਵੱਲ ਇਸ਼ਾਰਾ ਕਰਕੇ ਕਹਿੰਦਾ, ਲੈ ਭੈਂਚੋ, ਆਹ ਕੀ ਕੰਮ ਫੜਿਆ? ਜਦੋਂ ਪਾਪਾ ਲੜਨ ਦੇ ਮੂਡ 'ਚ ਹੁੰਦਾ, ਬੀਬੀ ਬਹੁਤਾ ਚੁੱਪ ਹੀ ਰਹਿੰਦੀ। ਉਹ ਥਾਂ ਕੋ ਥਾਂ ਮਾਰਨ ਲੱਗਿਆ ਨਾ ਜੱਕਦਾ। ਉਹ ਗੱਲ ਬੀਬੀ ਦੇ ਲੜ ਗਈ, ਬੋਲ ਪਈ, ਮੈਨੂੰ ਕੀ ਪਤਾ, ਤੇਰੇ ਹੀ ਚੱਜ ਨੇ। ਮੈਨੂੰ ਕੀ ਪਤਾ, ਇੱਕ ਤਰ੍ਹਾਂ ਦਾ ਉਹਦਾ ਤਕੀਆ ਕਲਾਮੀ ਸੀ। ਕੋਈ ਵੀ ਗੱਲ ਪੁੱਛੀਏ ਕਹੂਗੀ, ਮੈਨੂੰ ਕੀ ਪਤਾ। ਲੈ ਤਾਂ ਸਾਲੀਏ, ਚੱਲ ਸ਼ਰਾਬੀ ਹੁੰਨਾ, ਆਹਣ ਨੂੰ ਵਿਆਹੂ ਕੌਣ? ਸਾਲੀ ਸੂਰੀ ਆ ਤੂੰ, ਸੂਰੀ। ਲੈ ਹੁਣ ਮੇਰਾ ਨਾਂ ਲਈ ਜਾਂਦਾ। ਕੁੱਟ ਖਾਂਦੀ ਰੋਈ ਜਾ ਰਹੀ ਸੀ। ਬੀਬੀ ਪਿੰਡ ਦੀ ਇੱਕ ਨਰਸ ਨਾਲ ਡਾਕਟਰ ਦੇ ਜਾਂਦੀ। ਜਦੋਂ ਦਿਖਾਉਂਦੀ, ਇੱਕ ਹੋਰ ਪੱਥਰ ਇਸ ਘਰ ਦੇ ਨਰਕ 'ਚ ਆਉਣ ਲਈ ਤਿਆਰ ਹੁੰਦਾ। ਸਾਰਾ ਕੰਮ ਮੇਰੇ ਸਿਰ 'ਤੇ ਛੱਡ ਕੇ ਉਹ ਕਈ ਦਿਨ ਮੰਜੇ 'ਤੇ ਪਈ ਰਹਿੰਦੀ। 4 ਭੈਣਾਂ ਅਸੀਂ ਪਹਿਲਾਂ ਸਾਂ, ਉਹ ਹੋਰ ਕੁੜੀ ਨਹੀਂ ਚਾਹੁੰਦੀ। ਸ਼ਾਮ ਹੁੰਦਿਆਂ ਹੀ ਸਾਡਾ ਦਿਲ ਦਹਿਸ਼ਤ ਦੇ ਮਾਰੇ ਧੱਕ ਧੱਕ ਕਰਨ ਲੱਗਦਾ। ਹੁਣੇ ਪਾਪਾ ਸਾਈਕਲ 'ਤੇ ਆਦਮਬੋ ਕਰਦਾ ਆਵੇਗਾ।
ਘਰ ਵਿੱਚ ਰੋਣ ਕੁਰਲਾਟ ਫੈਲ ਜਾਵੇਗੀ। ਹੁਣ ਤਾਂ ਕੋਈ ਗੁਆਂਢੀ ਵੀ ਨਹੀਂ ਛਡਾਉਣ ਆਉਂਦਾ। ਜਿਹੜਾ ਆਉਂਦਾ ਪਾਪਾ ਸਾਨੂੰ ਛੱਡ ਕੇ ਉਹਦੇ ਵੱਲ ਸਿੱਧਾ ਹੋ ਜਾਂਦਾ। ਭਾਗ ਮਿਸਤਰੀ ਸਿੰਘ ਤਿੱਖੇ ਕਰੀ ਰੱਖਦਾ, ਟੱਕਰ ਮਾਰਨ ਨੂੰ ਤਿਆਰ ਰਹਿੰਦਾ। ਲੋਕ ਆਖਦੇ ਪਾਪੇ ਨੇ ਬੋੜੂ ਦੇਵ ਦਾ ਘਰ ਬਣਾਇਆ, ਉਹਨਾਂ ਨੇ ਉਹਦੀ ਸੇਵਾ ਨਾ ਕੀਤੀ। ਜਿਹੜਾ ਪਾਪੇ ਨੂੰ ਸ਼ਰਾਬ ਪਿਲਾਉਂਦਾ ਉਹਦਾ ਘਰ ਬੜੀ ਰੀਝ ਨਾਲ ਛੱਤਦਾ। ਪਾਪੇ ਨੇ ਦੇਵ ਨੂੰ ਕਹਿਣਾ, ਦੇਵ ਸਿਆਂ ਜੇ ਇਹ ਸਵੇਰੇ ਜਾਂ ਦਿਲ ਸਾੜਨ ਵਾਲੀ ਚਾਹ ਦੀ ਥਾਂ ਸੋਮ ਰਸ ਦੀ ਘੁੱਟ ਪਿਲਾ ਦਿਆ ਕਰੇ, ਫਿਰ ਤਾਂ ਆਹ ਜਿਹੜੀ ਚਾਰ ਗੱਠਿਆਂ ਨਾਲ ਰੋਟੀ ਦਿੰਦਾ ਇਹ ਵੀ ਨਿਆਮਤ ਆ। ਮਕਾਨ ਦੀ ਟੌਰ ਦੇਖੀ ਫਿਰ। ਮਿਸਤਰੀ ਆਪਾਂ ਦਾਰੂ ਮੀਟ ਨਹੀਂ ਘਰ ਵੜਦੇ, ਦੇਵ ਨੇ ਜਵਾਬ ਦੇ ਦਿੱਤਾ। ਪਾਪਾ ਖਿੱਚ ਗਿਆ, ਮਕਾਨ ਬਣਾ ਕੇ ਗਿਆ। ਜਦੋਂ ਮੀਂਹ ਪਿਆ ਸਾਰੀ ਛੱਤ ਚੋਈ ਜਾਵੇ। ਉਹਨੇ ਵਿਚਾਲੋਂ ਛੱਤ ਨੀਵੀਂ ਰੱਖ ਦਿੱਤੀ ਸੀ। ਬੋੜੂ ਦੇਵ ਉਲਾਂਭਾ ਲੈ ਕੇ ਗਿਆ। ਪਾਪਾ ਕਹਿੰਦਾ, ਦੇਵ ਸਿਆਂ ਹੈਗਾ ਹੱਲ। ਜਿੱਥੋਂ ਛੱਤ ਨੀਵੀਂ ਆ, ਇੱਕ ਪਾਸੇ ਅੰਬ ਦੇ ਚਾਰ ਦੀ ਬਾੜੀ ਦੇ ਦੇ, ਦੂਜੇ ਪਾਸੇ ਗੱਠਾ ਦੇ ਦੇ, ਆਪੇ ਢਾਲ ਬਣ ਜੂ। ਇਹੋ ਜਿਹੀਆਂ ਬਥੇਰੀਆਂ ਕਹਾਣੀਆਂ ਪਾਪੇ ਦੇ ਅੜਬ ਸੁਭਾਅ ਬਾਰੇ ਜੁੜੀਆਂ ਹੋਈਆਂ ਸੀ। ਉਦਣ ਬੀਬੀ ਨੇ ਵਿਹੜਾ ਲਿਪਿਆ ਸੀ। ਪਾਪਾ ਹਮੇਸ਼ਾ ਵਾਂਗ ਠੇਕੇ 'ਤੇ ਗਿਆ। ਠੇਕੇ 'ਤੇ ਕਿਸੇ ਨਾਲ ਲੜ ਕੇ ਆਇਆ। ਸਾਈਕਲ ਖੜਾ ਕਰਕੇ ਅੰਦਰ ਨੂੰ ਤੁਰਿਆ ਆਉਂਦੇ ਦਾ ਲਿਪੇ ਵਿਹੜੇ 'ਚ ਪੈਰ ਤਿਲਕ ਗਿਆ। ਉਹ ਚਫਾਲ ਲੰਮਾ ਪਿਆ। ਮੇਰਾ ਹਾਸਾ ਨਿਕਲੇ ਪਰ ਹੱਸ ਨਹੀਂ ਸਕਦੇ ਸੀ। ਅਸੀਂ ਸੋਟੀਆਂ ਚੁੱਲ੍ਹੇ 'ਚ ਬਾਲਦੇ ਲੁਕਾਉਂਦੇ ਥੱਕ ਜਾਂਦੇ, ਪਰ ਪਤਾ ਨਹੀਂ ਪਾਪਾ ਕਿੱਥੋਂ ਲੱਭ ਲੈਂਦਾ। ਕੁੱਟ ਬੀਬੀ ਦੀ ਬਾਂਹ ਤੋੜਤੀ, ਸਾਰੇ ਟੱਬਰ ਨੂੰ ਘਰੋਂ ਬਾਹਰ ਕੱਢਤਾ। ਅਸੀਂ ਚਾਰੇ ਭੈਣਾਂ ਤੇ ਬੀਬੀ ਬਾਹਰਲੀ ਕੰਧ ਕੋਲ ਬੈਠੇ ਰੋਂਦੇ ਰਹੇ। ਨਾ ਆਸ ਗੁਆਂਢ 'ਚ ਕਿਸੇ ਦੇ ਘਰ ਜਾਣ ਜੋਗੇ, ਜੇ ਜਾਂਦੇ ਸਵੇਰੇ ਦੁੱਗਣੀ ਕੁੱਟ ਪੈਣੀ ਸੀ। ਜਦੋਂ ਪਾਪਾ ਗਾਲਾਂ ਕੱਢ ਕੇ ਸੌਂ ਗਿਆ, ਅੱਧੀ ਰਾਤ ਸਾਰੇ ਘਰ ਗਏ। ਬੀਬੀ ਦੀ ਬਾਂਹ ਨੂੰ ਪਲਸਤਰ ਲੱਗ ਗਿਆ। ਘਰ ਦੇ ਕੰਮ ਪਹਿਲਾਂ ਵੀ ਕਰਦੀ ਸੀ, ਰਹਿੰਦੇ ਖੁੰਦੇ ਵੀ ਮੇਰੇ ਗਲਾ ਪਏ। ਮੀਣੀ ਮੱਝ ਬੜੀ ਕਪੱਤੀ ਸੀ, ਹਰ ਰੋਜ਼ ਕਿੱਲਾ ਵਟਾ ਲੈਂਦੀ। ਮੈਂ ਖੁਰਲੀ ਕੋਲ ਸੱਬੜ ਨਾਲ ਧਰਤੀ ਪੱਟ ਕੇ ਕਿੱਲਾ ਗੱਡਣ ਲੱਗੀ। ਬੀਬੀ ਮਾੜੀ ਧਿਰ ਨੂੰ ਗਾਲਾਂ ਕੱਢਣ ਲੱਗੀ। ਇਹ ਕੰਜਰੀ ਖੜੀ ਝੂਲਦੀ ਰਹਿੰਦੀ ਹੈ, ਸਿੰਗਾਂ ਨਾਲ ਕੀਲਾ ਠਕੋਰਦੀ ਰਹਿੰਦੀ ਹੈ। ਇਹੋ ਜਿਹੇ ਡੰਗਰ ਕਿੱਲੇ ਦਾ ਬੈਰੀ ਹੁੰਦਾ। ਇਹਨੇ ਘਰ ਦਾ ਪਿੱਛਾ ਲਿਆਤਾ, ਭੈਤਾ ਹੀ ਨਹੀਂ ਰਹਿੰਦੀ। ਪਿੱਛਾ ਮੱਝ ਨੇ ਨਹੀਂ ਲਿਆਂਦਾ, ਇਹ ਤਾਂ ਦੁੱਧ ਦਿੰਦੀ ਹੈ। ਪਿੱਛਾ ਤਾਂ ਉਹਨੇ ਲਿਆਤਾ ਜਿਹੜਾ ਜਿੰਨੇ ਕਮਾਉਂਦਾ ਉਹ ਤੋਂ ਵੱਧ ਹੀ ਸ਼ਰਾਬ ਪੀ ਜਾਂਦਾ। ਮੈਂ ਤਾਂ ਭੱਜ ਜਾਣਾ ਇਸ ਨਰਕ 'ਚੋਂ। ਮੈਂ ਕੀਲਾ ਕੱਟ ਕੇ ਮੱਝ ਬੰਨ੍ਹ ਦਿੱਤੀ। ਵਿਹਲੀ ਬਹਿੜੀ ਤੇਰੇ ਚਾਲੇ ਹੀ ਦੱਸਦੇ ਆ, ਸਾਨੂੰ ਕਿਤੇ ਖੜਨ ਜੋਗਾ ਨਹੀਂ ਛੱਡਣਾ। ਸੁੱਖ ਦਾ ਬੋਲੀ ਦਾ ਛੋਟੀਆਂ ਦੇ ਰਿਸ਼ਤੇ ਨਹੀਂ ਹੋਣੇ। ਕਲਮੂਈਏ ਬੀਬੀ ਭੜਕ ਪਈ। ਨਿੱਤ ਦੇ ਕਲੇਸ਼ ਕਰਕੇ ਬੀਬੀ ਵੀ ਪਿਆਰ ਕਰਨਾ ਭੁੱਲ ਗਈ। ਉਹਨੂੰ ਪਤਾ ਹੀ ਨਹੀਂ ਨਿਆਣਿਆਂ ਨੂੰ ਕਿਵੇਂ ਪਾਲੀਦਾ। ਜਦੋਂ ਮੈਨੂੰ ਮਹੀਨਾ ਆਉਣ ਲੱਗਿਆ, ਮੈਂ ਬੀਬੀ ਦੀਆਂ ਅੱਖਾਂ 'ਚ ਬਹੁਤ ਰੜਕਣ ਲੱਗੀ। ਬਸ਼ੇਰੀ ਵਾਂਗ ਦੁੜਕੇ ਮਾਰਦੀ ਨਾ ਫਿਰਿਆ ਕਰ, ਰਕਾਨ ਬਣ ਕੇ ਰਿਹਾ ਕਰ। ਗੋਪਾਲਪੁਰੀਏ ਕੀ ਕਹਿਣਗੇ, ਕੁੜੀ ਨੂੰ ਕੀ ਸਿਖਾ ਕੇ ਭੇਜਿਆ। ਹਰ ਕੰਮ ਨੂੰ ਲੱਲਰ ਲਾਈ ਜਾਂਦੀ ਹੈ। ਮਾਮੀ ਨੇ ਮੇਰਾ ਪੱਕ ਠੱਕ ਗੋਪਾਲਪੁਰ ਕਰ ਦਿੱਤਾ ਸੀ। ਉਹ ਸਾਡੇ ਕਬੀਲਦਾਰੀ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ। ਮੁੰਡਾ ਮਾਮੀ ਦੇ ਰਿਸ਼ਤੇਦਾਰੀ 'ਚੋਂ ਫੌਜੀ ਸੀ। ਮੈਨੂੰ 17ਵਾਂ ਚੱਲ ਰਿਹਾ ਸੀ। 18 ਦੇ ਹੁੰਦਿਆਂ +2 ਪਾਸ ਕਰ ਲੈਣੀ ਸੀ। ਵਿਆਹ ਹੋ ਜਾਣਾ ਸੀ। ਉਹਨਾਂ ਦੀ ਦਾਜ ਦੇ ਐਡੀ ਮੰਗ ਨਹੀਂ ਸੀ। ਕੁੜੀ ਘਰ ਸਾਂਭਣ ਵਾਲੀ ਚਾਹੀਦੀ ਸੀ, ਮੂੰਹ ਮੱਥੇ ਲੱਗਣ ਵਾਲੀ ਚਾਹੀਦੀ ਸੀ। ਮੈਨੂੰ ਦੇਖ ਕੇ ਤਾਂ ਫੌਜੀ ਨੇ ਵੀ ਅੱਖ ਨਹੀਂ ਸੀ ਚਮਕੀ। ਪਾਪਾ ਕਬੀਲਦਾਰੀ ਸਮੇਟਣ ਦੀ ਹੋਈ ਪਈ ਸੀ। ਮੇਰਾ ਵਿਆਹ ਨੂੰ ਭੋਰਾ ਜੀ ਨਹੀਂ ਕਰਦਾ। ਘਰ ਦਾ ਕਲੇਸ਼ ਦੇਖ ਮਨ ਸੋਚਦਾ ਇਹੀ ਕੁਛ ਉੱਥੇ ਹੋਣਾ, ਪਰ ਇਸ ਨਰਕ ਤੋਂ ਤਾਂ ਛੁੱਟ ਜੂੰ, ਉੱਥੇ ਦੇਖੀ ਜਾਊ। ਬੀਬੀ ਮੇਰਾ ਮੁਫਤੋਂ ਮੁਫਤੀ ਵਿਆਹ ਕਰਨਾ ਚਾਹੁੰਦੀ ਸੀ। ਉਹ ਗੱਲਾਂ ਕਰਦੀ, ਕੁਟੀ ਵਾਲੇ ਸੰਤਾਂ ਕੁੜੀਆਂ ਦਾ ਵਿਆਹ ਕਰਦੇ ਨੇ, 1 ਰੁਪਇਆ ਨਹੀਂ ਖਰਚਣ ਦਿੰਦੇ, ਸਾਰਾ ਦਾਜ ਦਿੰਦੇ ਨੇ। ਗੱਲ ਸੁਣ ਲਾ ਬੀਬੀ, ਚਾਨਣੀਆਂ ਕਨਾਤਾਂ ਵੀ ਲੱਗਣਗੀਆਂ, ਲਾਊਡ ਸਪੀਕਰ ਵੀ ਵੱਜੂ, ਗਿੱਧੇ ਵੀ ਪੈਣਗੇ, ਜਾਗੋਆਂ ਵੀ ਨਿਕਲਣਗੀਆਂ, ਜੰਨ ਵੀ ਪਿੰਡ ਆਊ। ਮੈਂ ਨਹੀਂ ਕਿਸੇ ਸਾਧ ਤੋਂ ਖੈਰ ਪਵਾ ਕੇ ਵਿਆਹ ਕਰਾਉਣਾ। ਬੀਬੀ ਦੀ ਬਾਂਹ ਟੁੱਟੀ ਕਰਕੇ ਸਕੂਲ ਨਹੀਂ ਜਾਂਦੀ। ਕੰਮ ਨਿਬੇੜ ਕੇ ਸਿਰ ਵਹਾਉਣ ਲੱਗੀ। ਮੈਂ 2 ਗੁੱਤਾਂ ਕਰ ਲਈਆਂ। ਪਾਪਾ ਸਾਨੂੰ 2 ਗੁੱਤਾਂ ਨਹੀਂ ਕਰਨ ਦਿੰਦਾ। ਬੀਬੀ ਦੀ ਕਈ ਸਾਲ ਪੁਰਾਣੀ ਲੋਅ ਵਾਲੀ ਡੱਬੀ 'ਚੋਂ ਮੈਂ ਲੋਅ ਪਾ ਲਈ। ਉਹਦੀ ਸੁਰਖੀ ਲਾ ਲਈ। ਟਰੰਕ 'ਚੋਂ ਕੱਢ ਕੇ ਪਾਪੇ ਦੇ ਆਉਣ ਜਾਣ ਵਾਲੇ ਪੈਂਟ ਸ਼ਰਟ ਪਾ ਲਈ। ਮੇਰੇ ਮੇਚ ਆ ਗਏ।
ਬੀਬੀ ਅੱਗੇ ਜਾ ਕੇ ਦੋਵੇਂ ਹੱਥ ਢਾਕਾਂ 'ਤੇ ਰੱਖ ਕੇ ਪੁੱਛਿਆ, ਬੀਬੀ ਝਾਤ ਦੱਸ ਕਿੱਦਾਂ ਦੀ ਲੱਗਦੀ ਹੈ। ਮੈਨੂੰ ਦੇਖ ਕੇ ਪਹਿਲਾਂ ਤਾਂ ਉਹ ਚੀਕ ਨਿਕਲਣ ਵਾਲੀ ਹੋ ਗਈ। ਗੁੱਸੇ 'ਚ ਬੋਲੀ, ਨਿਰੀ ਚੜੇਲ ਲੱਗਦੀ ਆ। ਜੇ ਤੇਰੇ ਬਾਪ ਨੇ ਦੇਖ ਲਿਆ ਟੋਟੇ ਕਰਕੇ ਹੀ ਪੱਟ ਦੂ ਦੱਬ ਦੂ। ਚੱਲ ਨਲਕੇ ਤੇ ਮੂੰਹ ਧੋਆ, ਨਾਲੇ ਕੱਪੜੇ ਬਦਲ। ਕੀ ਵਜ੍ਹਾ ਬਣਾਈ ਹੈ ਵੱਡੀ ਰਕਾਨ। ਮੈਂ ਅੰਦਰ ਚਲੀ ਗਈ। ਸ਼ੀਸ਼ੇ ਅੱਗੇ ਖੜ ਕੇ ਸੋਚੀ ਜਾਵਾਂ, ਹਾਏ ਰੱਬਾ, ਇਹਨਾਂ ਨੂੰ ਮੇਰੀ ਕੋਈ ਗੱਲ ਵੀ ਨਹੀਂ ਚੰਗੀ ਲੱਗਦੀ। ਇਹ ਘਰ 'ਚ ਮੈਨੂੰ ਕੋਈ ਪਿਆਰ ਨਹੀਂ ਕਰਦਾ। ਛੋਟੀਆਂ ਭੈਣਾਂ ਨਾਲ ਖੇਡਦੀ ਲੱਗਦੀ। ਇੱਧਰ ਆ ਨਹੀਂ, ਸਾਰੇ ਕੰਮ ਪਏ ਨੇ। ਵਿਹਲੀ ਵਹਿੜੀ ਬੀਬੀ ਝੜਕਦੀ। ਸਾਰਾ ਦਿਨ ਕੰਮ ਕਰਾਉਂਦੀ ਆ, ਫਿਰ ਵੀ ਵਿਹਲੀ ਦੱਸਦੀ ਆ। ਜਦੋਂ ਚੂੜੀਆਂ ਲੈਣ ਨੂੰ, ਕੰਨ ਬਣਾਉਣ ਨੂੰ ਕਹਿੰਦੀ ਆ ਤਾਂ ਕਹਿ ਦਿੰਦੀਆਂ ਨਿਆਣੀ ਆ। ਜਦੋਂ ਖੇਡਦੀਆਂ ਸਹੇਲੀਆਂ ਦੇ ਘਰ ਜਾਂਦੀ ਆ ਤਾਂ ਕਹੇਗੀ ਐਂ ਨਾ ਫਿਰਿਆ ਕਰ, ਵੱਡੀ ਹੋ ਗਈ। ਬੀਬੀ ਇੱਕ ਗੱਲ ਰੱਖਿਆ ਕਰ, ਗਿੱਠ ਲੰਮੀ ਜ਼ਬਾਨ ਐ ਇਸ ਕੁੜੀ ਦੀ, ਪਾਪ ਵਰਗੀ ਅੜਬ। ਪਤਾ ਨਹੀਂ ਕਿਹੜੇ ਕਲਯੋਗੀ ਇਸ ਘਰ 'ਚ ਸੇਹ ਦਾ ਤਕਲਾ ਕੱਟ ਗਿਆ। ਇਸ ਘਰੋਂ ਕਲੇਸ਼ ਨਹੀਂ ਜਾਂਦਾ। ਉਹ ਖੱਬੇ ਹੱਥ ਨਾਲ ਸਿਰ ਫੜ ਕੇ ਬੈਠ ਗਈ। ਪਲਸਤਰ ਲੱਗੀ ਸੱਜੀ ਬਾਂਹ ਉਹਦੇ ਗਲ 'ਚ ਲਮਕ ਰਹੀ ਸੀ। ਲੰਬੜਾਂ ਦੀ ਬੌਬੀ ਦਾ ਵਿਆਹ ਸੀ। ਮੇਰੀ ਸਹੇਲੀ ਸੀ, ਇਕੱਠੀਆਂ ਪੜ੍ਹਦੀਆਂ ਸਾਂ। ਕੈਨੇਡਾ ਤੋਂ ਮੁੰਡਾ ਆਇਆ, ਝੱਟ ਮੰਗਣੀ ਪਟਕ ਵਿਆਹ ਵਾਲੀ ਗੱਲ ਹੀ ਹੋ ਗਈ ਸੀ। ਸ਼ਾਮ ਨੂੰ ਜਾਗੋ 'ਤੇ ਜਾਣ ਲਈ ਮੈਂ ਭੱਜ ਕੰਮ ਕੀਤੇ। ਪਹਿਲਾਂ ਤਾਂ ਬੀਬੀ ਨੇ ਜਾਣ ਲਈ ਹਾਂ ਕਰਤੀ। ਜਦੋਂ ਨਵਾਂ ਸੂਟ ਪਾ ਕੇ ਤਿਆਰ ਹੋ ਕੇ ਜਾਣ ਲੱਗੀ, ਲੰਬੜਾਂ ਦੀ ਬੌਬੀ ਦਾ ਵਿਆਹ ਸੀ। ਮੇਰੀ ਸਹੇਲੀ ਸੀ, ਇਕੱਠੀਆਂ ਪੜ੍ਹੀਆਂ ਸਾਂ। ਕੈਨੇਡੇ ਤੋਂ ਮੁੰਡਾ ਆਇਆ, ਝੱਟ ਮੰਗਣੀ ਪਟਕ ਵਿਆਹ ਵਾਲੀ ਗੱਲ ਹੋ ਗਈ ਸੀ। ਸ਼ਾਮ ਨੂੰ ਜਾਗੋ 'ਤੇ ਜਾਣ ਲਈ ਮੈਂ ਭੱਜ ਕੰਮ ਕੀਤੇ। ਪਹਿਲਾਂ ਤਾਂ ਬੀਬੀ ਨੇ ਜਾਣ ਲਈ ਹਾਂ ਕਰਤੀ। ਜਦੋਂ ਨਵਾਂ ਸੂਟ ਪਾ ਕੇ ਤਿਆਰ ਹੋ ਕੇ ਜਾਣ ਲੱਗੀ, ਨੰਨਾ ਪਾਉਣ ਲੱਗੀ, ਤੇਰੇ ਬਾਪ ਨੇ ਆ ਜਾਣਾ। ਜੇ ਭਾਪੇ ਨੇ ਪੁੱਛਿਆ ਕਹਿ ਦੀ ਮਰ ਗਈ, ਖੱਪ ਗਈ, ਕਹਿ ਕੇ ਮੈਂ ਚਲੀ ਗਈ। ਬੌਬੀ ਦੇ ਨਾਨਕੇ ਜਾਗੋ ਕੱਢਣ ਆ ਗਏ ਸੀ। ਅਸੀਂ ਗਿੱਧਾ ਪਾਉਣ ਲੱਗੀਆਂ। ਹਰ ਕੋਈ ਚੜ੍ਹਦੀ ਤੋਂ ਚੜ੍ਹਦੀ ਬੋਲੀ ਪਾ ਰਿਹਾ ਸੀ। ਬੌਬੀ ਮੈਨੂੰ ਗਿੱਧੇ ਵਿੱਚ ਖਿੱਚ ਲਈ। ਮੈਂ ਗਿੱਧੇ 'ਚ ਤਮਾਸ਼ਾ ਕਰਨ ਲੱਗੀ। ਨਹੀਂ, ਅੱਜ ਤੁਹਾਡੇ ਜੀਜੇ ਨੇ ਮੈਨੂੰ ਭਾਈਆਂ ਦੀ ਗਾਲ ਕੱਢਤੀ। ਫਿਰ ਕੀ ਹੋਇਆ? ਫਿਰ ਤੁਹਾਡਾ ਜੀਜਾ ਬੋਦੀਆਂ ਫੜ ਲਿਆ, ਵਾਹਿਗੁਰੂ ਕਹਿ ਕੇ। ਫਿਰ ਤੁਹਾਡਾ ਜੀਜਾ ਨਹੀਂ, ਮੈਂ ਲੰਮਾ ਧਰ ਲਿਆ, ਵਾਹਿਗੁਰੂ ਕਹਿ ਕੇ। ਫਿਰ ਤੁਹਾਡਾ ਜੀਜਾ ਨਹੀਂ, ਮੇਰੇ ਨਾਲ ਲੜਿਆ, ਵਾਹਿਗੁਰੂ ਕਹਿ ਕੇ। ਨਹੀਂ, ਮੈਂ ਬੁਰੀ ਦਾ ਬਣਾ ਕੇ ਛੱਡਿਆ। ਜੱਟੀਆਂ ਮੈਂ ਮਾਲਵੇ ਦੀ। ਜਾਗੋ ਹਲੇ ਕੱਢੀ ਜਾ ਰਹੀ ਸੀ। ਹਨੇਰਾ ਹੋਣ ਕਰਕੇ ਮੈਂ ਬੌਬੀ ਨੂੰ ਮਿਲ ਕੇ ਘਰ ਨੂੰ ਤੁਰ ਪਈ। ਭਾਵੇਂ ਭਰਿਆ ਮੇਲਾ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਸੀ। ਮੁੰਡੇਹੀਰ ਕੋਠੇ 'ਤੇ ਬੈਠੀ ਗਿੱਧਾ ਦੇਖ ਰਹੀ ਸੀ। ਉੱਤੋਂ ਉੱਤਰ ਕੱਢ ਕੇ ਛਿੰਦਾ ਬੁੱਗ ਮੇਰੇ ਮਗਰ ਤੁਰ ਪਿਆ। ਬਾਹਰਲੀ ਬੀਹੀ 'ਚ ਲੰਬੜਾਂ ਦਾ ਘਰ ਸੀ। ਉੱਥੋਂ ਪਤਲੀ ਬੀਹੀ ਆਪਣੇ ਘਰ ਵੱਲ ਕਾਹਲੀ ਤੁਰੀ ਜਾ ਰਹੀ ਸੀ। ਬੀਹੀ ਸੁੰਨੀ ਸੀ। ਛਿੰਦਾ ਬੁੱਗ ਭੱਜ ਕੇ ਮੇਰੇ ਨਾਲ ਆ ਰਿਹਾ। ਰਸਤਾ ਰੋਕ ਕੇ ਖੜ ਗਿਆ। ਅੱਜ ਤਾਂ ਨੱਚ ਧੂੜਾਂ ਪੱਟਤੀਆਂ। ਨਾਲੇ ਮੈਨੂੰ ਪੱਟਤਾ ਬਿੱਲੀਏ, ਕਬੂਤਰੀਏ। ਮੂੰਹ ਸੰਭਾਲ ਕੇ ਬੋਲ, ਛਿੱਤਰ ਪਰੇਡ ਕਰ ਦੇਣੀ ਆ ਤੇਰੀ। ਤੈਨੂੰ ਪਤਾ ਜਿੱਡਾ ਤੁਹਾਡਾ ਘਰ ਹੈ, ਓਡਾ ਵੱਡਾ ਤੇਰੇ ਬਾਪ ਤੋਂ ਬਾਹਰਲੇ ਵਿਹੜੇ ਕਬੂਤਰੀ ਵਾਲਾ ਖੁੱਡਾ ਬਣਵਾਇਆ। ਉਹਦੇ 'ਚ 200 ਤੋਂ ਵੱਧ ਕਬੂਤਰੀਆਂ ਨੇ। ਕਬੂਤਰ ਇੱਕ ਵੀ ਨਹੀਂ। ਜਿਹੜੀ ਕਬੂਤਰੀ ਮੈਨੂੰ ਪਸੰਦ ਆ ਜਾਂਦੀ ਹੈ, ਉਹਨੂੰ ਮੇਰੀ ਛਤਰੀ 'ਤੇ ਉਤਰਨਾ ਹੀ ਪੈਂਦਾ। ਤੂੰ ਮੈਨੂੰ ਪਸੰਦ ਆ ਗਈ, ਚੱਲ ਬਾਹਰਲੇ ਵਿਹੜੇ ਤੈਨੂੰ ਖੁੱਡਾ ਦਿਖਾ ਦਾਂ। ਮੇਰੇ ਅੱਗੇ ਸਾਹਣ ਵਾਂਗੂ ਅੜਿਆ ਖੜਿਆ ਸੀ। ਉਹਨੇ ਮੇਰੀ ਬਾਂਹ ਫੜ ਲਈ। ਮੈਂ ਧੱਕਾ ਮਾਰ ਕੇ ਪਰੇ ਸਿੱਟ ਦਿੱਤਾ। ਸਿਰ ਪੱਟ ਭੱਜ ਕੇ ਘਰ ਚਲੀ ਗਈ। ਮੇਰਾ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ। ਸ਼ਰਾਬੀ ਪਾਪਾ ਨਾਲ ਦੇ ਕਮਰੇ 'ਚ ਘਰਾੜੇ ਮਾਰ ਰਿਹਾ ਸੀ। ਬੀਬੀ ਬੋਲੀ, ਨਹੀਂ ਇੰਨਾ ਸਾਹ ਚੜਾਇਆ? ਹਨੇਰਾ ਸੀ, ਭੱਜ ਕੇ ਆਈਆਂ। ਮੈਂ ਕਿਹਾ, ਦੋ ਚਿੱਤੀ ਸਾਂ, ਛਿੰਦੇ ਬੁੱਗ ਵਾਲੀ ਗੱਲ ਦੱਸਾਂ ਜਾਂ ਨਾ? ਉਹਨੂੰ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ। ਮੇਰੇ ਹੀ ਘਰੋਂ ਨਿਕਲਣ 'ਤੇ ਪਾਬੰਦੀ ਲੱਗ ਜਾਣੀ ਆ। ਗਾਲਾਂ ਤੇ ਕੁੱਟ ਰੂੰਗੇ 'ਚ ਮਿਲਣਗੀਆਂ। ਛਿੰਦੇ ਬੁੱਗ ਦੀ ਹਰਕਤ ਬਾਰੇ ਸੋਚਦੀ ਰਹੀ। ਇਹਨਾਂ ਦਾ ਟੱਬਰ ਹੀ ਲੰਗੋਟੇ ਦਾ ਗੰਦਾ। ਇਹਦਾ ਬਾਪ ਸਰਪੰਚ ਫੁੰਮਣ ਸਿੰਘ, ਜਿਹੜਾ ਹੁਣ ਚੇਅਰਮੈਨ ਬਣ ਗਿਆ, ਉਹਨੂੰ ਕੋਈ ਘਰੇ ਵੜ ਕੇ ਰਾਜੀ ਨਹੀਂ। ਜੇ ਕਿਸੇ ਦੇ ਦਰਾਂ ਅੱਗੇ ਜਾ ਕੇ ਹਾਕ ਮਾਰਦਾ ਤਾਂ ਅਗਲਾ ਗੋਲੀ ਵਾਂਗ ਬਾਹਰ ਨੂੰ ਭੱਜਦਾ, ਕਿਤੇ ਅੰਦਰ ਨਾ ਆ ਜਾਵੇ। ਧੀ ਭੈਣ ਦਾ ਸਾਂਝੀ ਨਹੀਂ, ਕਿਸੇ ਨੂੰ ਵੀ ਨਹੀਂ ਬਖਸ਼ਦਾ। ਉਸੇ ਰਾਹ ਬੁੱਗ ਤੁਰ ਪਿਆ। ਜੇ ਹੁਣ ਮੇਰਾ ਰਾਹ ਰੋਕਿਆ, ਮੈਂ ਛਿੱਤਰ ਫੇਰ ਦੇਣਾ।
15 ਦਿਨ ਸਕੂਲ ਨਾ ਗਈ। ਸਕੂਲੋਂ ਸੁਨੇਹੇ ਆਉਂਦੇ ਤੇਰਾ ਨਾਮ ਕੱਟ ਦੇਣਾ। ਇੱਕ ਦਿਨ ਬੀਬੀ ਨੇ ਸਵੇਰੇ ਪਾਠੀ ਬੋਲਦੇ ਨਾਲ ਉਠਾ ਲਿਆ। ਸਾਰੇ ਕੰਮ ਕਰਵਾ ਕੇ ਕਹਿੰਦੀ ਜਾ ਭਾਜਾ ਸਕੂਲ ਨੂੰ। ਚੜੇਲ ਜਿਹੀ ਇੰਚਾਰਜ ਸੁਨੀਤਾ ਮੈਡਮ ਨੇ ਬਾਉਣੀ ਹੀ ਮਾੜੀ ਕਰਤੀ। ਮੈਂ ਭੋਲਾ ਜਿਹਾ ਮੂੰਹ ਕਰਕੇ ਕਿਹਾ ਮੈਡਮ ਜੀ ਬੀਬੀ ਦੀ ਬਾਂਹ ਟੁੱਟ ਗਈ, ਘਰੇ ਕੰਮ ਕਰਨ ਵਾਲਾ ਕੋਈ ਹੈ ਨਹੀਂ, ਇਸੇ ਕਰਕੇ ਸਕੂਲ ਨਹੀਂ ਆ ਹੋਇਆ। ਮੈਡਮ ਹੱਥਾਂ 'ਤੇ ਡੰਡੇ ਮਾਰਦੀ ਕਹਿ ਰਹੀ ਸੀ ਹੱਥ ਅੱਗੇ ਕਰ, ਹੱਥ ਅੱਗੇ ਕਰ ਸ਼ਰਾਰਤੀ। ਬੋਰਡ ਦੀ ਜਮਾਤ ਆ, ਪੜ੍ਹਨ 'ਚ ਪਹਿਲਾਂ ਹੀ ਰੰਗ ਲਾਉਣੀ ਹੈ, ਕਿਵੇਂ ਘਾਟਾ ਪੂਰਾ ਕਰੇਂਗੀ? +2 'ਚ ਜੇ ਚੰਗੇ ਨੰਬਰ ਲੈ ਜਾਏਗੀ ਤਾਂ ਜ਼ਿੰਦਗੀ 'ਚ ਕੋਈ ਲਾਈਨ ਫੜੇਗੀ। ਸਵੇਰ ਦੀ ਸੁਬਾਹ ਵਿੱਚ ਮੇਰੇ ਨਾਲ ਮਾੜੀ ਹੋਈ। PTM ਮੈਡਮ ਪੈਰਾਂ ਦੀ ਬਹੁਤ ਚਲਾਕ ਆ। ਅਸੀਂ ਉਹਦਾ ਨਾਮ ਮੋਟੀ ਪੂਛ ਵਾਲੀ ਲੂੰਬੜੀ ਧਰਿਆ ਹੋਇਆ। ਉਹਦੇ ਕੰਨ ਇੰਨੇ ਤੇਜ਼ ਆ, ਜੇ ਕੋਈ ਉੱਚਾ ਸਾਹ ਲਵੇ ਉਹ ਵੀ ਸੁਣ ਜਾਂਦਾ। ਮੇਰੀ ਸਹੇਲੀ ਜੋਤੀ ਉਹਨੂੰ ਦੇਖਦਿਆਂ ਹੀ ਕਹੂਗੀ ਉਹ ਦੇਖ ਚਲਾਕ ਲੂੰਬੜੀ। ਮੈਂ ਹੱਸਣ ਲੱਗੀ। ਜਦ ਲੂੰਬੜੀ ਕਹਿਤਾ ਫਿਰ ਚਲਾਕ ਕਹਿਣ ਦੀ ਕੀ ਲੋੜ ਹੈ? PT ਮੈਡਮ ਨੇ ਸਵੇਰ ਦੀ ਸਭਾ ਵਿੱਚ ਮੈਡੀਟੇਸ਼ਨ ਕਰਾਉਣ ਦਾ ਕੰਮ ਤੋਰਿਆ ਹੋਇਆ। ਕਹੂਗੀ 5 ਮਿੰਟ ਦੀ ਮੈਡੀਟੇਸ਼ਨ ਨਾਲ ਤੁਹਾਡਾ ਦਿਮਾਗ ਸਾਰਾ ਦਿਨ ਪੜ੍ਹਾਈ 'ਤੇ ਕੇਂਦਰਿਤ ਰਹੂਗਾ। ਉਹ ਸਾਰੀਆਂ ਕਲਾਸਾਂ ਦੇ ਬੱਚਿਆਂ ਨੂੰ ਚੁੱਪਚਾਪ ਬੈਠਣ, ਢੂਹੀ ਸਿੱਧੀ ਰੱਖਣ, ਮੁੱਠੀਆਂ ਮੀਚ ਕੇ ਦੋਵੇਂ ਬਾਹਾਂ ਗੋਡਿਆਂ 'ਤੇ ਰੱਖਣ, ਅੱਖਾਂ ਕੰਨ ਜ਼ੁਬਾਨ ਬੰਦ, ਲੰਮੇ ਲੰਮੇ ਸਾਹ ਨੱਕ ਰਾਹੀਂ ਖਿੱਚਣ ਅਤੇ ਛੱਡਣ ਦਾ ਆਦੇਸ਼ ਦੇਵੇਗੀ। ਮੈਂ ਖੱਬੀ ਅੱਖ ਖੋਲ੍ਹ ਕੇ ਮੈਡੀਟੇਸ਼ਨ ਕਰ ਰਹੀਆਂ ਸਹੇਲੀਆਂ ਨੂੰ ਦੇਖਣ ਲੱਗੀ। ਉਹਨਾਂ ਨੂੰ ਦੇਖ ਕੇ ਮਸੀਂ ਹਾਸਾ ਰੁਕਿਆ। ਮੇਰੀ ਨਜ਼ਰ ਇੱਕ ਲਾਈਨ 'ਚ ਛੱਡ ਕੇ ਬੈਠਾ ਸ਼ਿੰਦਾ ਬੁੱਗ ਪਿਆ। ਉਹ ਦੋਵੇਂ ਅੱਖਾਂ ਖੋਲ੍ਹ ਮੇਰੇ ਵੱਲ ਹੀ ਦੇਖ ਰਿਹਾ ਸੀ। ਅੱਖਾਂ ਬੰਦ ਕਰਕੇ ਦੰਦ ਕੱਢਣ ਲੱਗਾ। ਮੈਨੂੰ ਗੁੱਸਾ ਚੜ੍ਹ ਗਿਆ। ਬੁੱਲ੍ਹ ਕੱਢ ਕੇ ਅੱਖਾਂ ਮੀਚ ਲਈਆਂ। PT ਮੈਡਮ ਨੇ ਸਾਰੇ ਬੱਚਿਆਂ ਨੂੰ ਜਾਣ ਦਿੱਤਾ। ਮੈਨੂੰ ਰੋਕ ਲਿਆ। ਸ਼ਾਇਦ ਉਹਨੇ ਮੈਨੂੰ ਦੇਖ ਲਿਆ ਸੀ। ਉਹਦੇ ਹੱਥ 'ਚ ਮੋਟਾ ਡੰਡਾ ਸੀ। ਮੈਂ ਹੌਂਕਾ ਭਰਿਆ, ਹਾਏ ਰੱਬਾ ਅੱਜ ਸਾਰਾ ਦਿਨ ਸੁੱਖ ਨਹੀਂ। ਸਿਮਰ ਦੀ ਬੱਚੀ ਤੂੰ ਸੁਧਰਦੀ ਨਹੀਂ ਸਕਦੀ। ਜੇ ਧਿਆਨ ਕੇਂਦਰਿਤ ਕਰ ਲਵੇਂ ਟੌਪਰ ਬਣ ਸਕਦੀ ਹਾਂ। ਤੇਰੀ ਕੰਜਰੀਆਂ ਵਾਂਗ 1 ਮਿੰਟ ਅੱਡੀ ਨਹੀਂ ਟੱਕਦੀ। 5 ਮਿੰਟ ਅੱਖਾਂ ਕੰਨ ਜ਼ੁਬਾਨ ਬੰਦ ਨਹੀਂ ਰੱਖ ਸਕਦੀ। ਅੱਜ ਕਿੱਡਾ ਬੁੱਲ ਕੱਢੀ ਬੈਠੀ ਸੀ। ਮੈਡਮ ਜੀ ਮੈਂ ਤਾਂ ਘਰੇ ਵੀ ਬਾਹਰ ਸਭ ਕੁਝ ਦੇਖਦੀ ਆ, ਪਰ ਅੱਖਾਂ ਕੰਨ ਜ਼ੁਬਾਨ ਸਭ ਬੰਦ ਰੱਖਦੀ ਆ। ਤੇਰੀ ਜ਼ੁਬਾਨ ਕਿੰਨੀ ਲੰਬੀ ਹੈ? ਲੂੰਬੜੀ ਨੇ ਮੇਰੀ ਗੱਲ ਸਮਝ ਨਹੀਂ ਲੱਗੀ। ਉਸ ਗੱਲ ਲਈ 2 ਹੋਰ ਡੰਡੇ ਮਾਰ ਕੇ ਜਮਾਤ ਤੋਰਤਾ। ਜਿਹਦੇ ਕਰਕੇ ਮੇਰੇ ਮਾਰ ਪਈ ਆ ਉਹਦੀਆਂ ਹਰਕਤਾਂ ਦੇਖ ਕੇ ਤੂੰ ਅੱਖਾਂ ਬੰਦ ਕਰ ਲੈਂਦੀ ਹੈ। ਮੈਂ ਬੁੜਬੁੜ ਕਰਦੀ ਜਮਾਤ ਵਿੱਚ ਜਾ ਬੈਠੀ। ਸਾਰੇ ਪੀਰੀਅਡਾਂ 'ਚ ਮੇਰੇ ਨਾਲ ਮਾੜੀ ਹੁੰਦੀ। ਮੈਂ ਫਾਈਨ ਆਰਟਸ ਲਈ ਹੋਈ ਆ। ਸਭ ਤੋਂ ਜ਼ਿਆਦਾ ਖੁਸ਼ੀ ਉਸੇ ਪੀਰੀਅਡ 'ਚ ਮਿਲਦੀ ਆ। ਉਸ ਵਿੱਚ ਮੈਨੂੰ ਸ਼ਾਬਾਸ਼ੀ ਮਿਲਦੀ। ਪੇਂਟਿੰਗ 'ਚ ਮੈਂ ਪੰਜਾਬ ਪੱਧਰ ਦਾ ਮੁਕਾਬਲਾ ਜਿੱਤ ਲਿਆ। ਬੀਬੀ ਨੂੰ ਜਿੱਤਿਆ ਹੋਇਆ ਸਰਟੀਫਿਕੇਟ ਦਿਖਾਇਆ। ਕਹਿੰਦੀ ਚੰਗਾ ਇਹ ਕਾਗਜ਼ ਜਿਹੇ ਨੂੰ ਪੇਟੀ 'ਚ ਲੁਕੋ ਦੇ, ਜੇ ਤੇਰੇ ਭਾਪੇ ਨੇ ਦੇਖ ਲਿਆ ਆਪਣਾ ਦੋਹਾਂ ਦਾ ਸਿਰ ਕੁੱਟੂ। ਬਿਨਾਂ ਪੁੱਛੇ ਕੁੜੀ ਦੂਜੇ ਸਕੂਲ ਕਿਉਂ ਗਈ? ਇਹਨਾਂ ਤਸਵੀਰਾਂ ਪਿੱਛੇ ਮੈਂ ਬਥੇਰੀ ਕੁੱਟ ਖਾਧੀ ਆ। ਕੋਲੇ ਨਾਲ ਕੰਧਾਂ 'ਤੇ ਬਣਾਉਂਦੀ ਸਕੂਲ ਦੇ ਮੈਡਮ ਨੇ ਕੁੱਟਿਆ। ਆਹ ਕੌਣ ਕੰਧਾਂ ਖਰਾਬ ਕਰ ਰਿਹਾ? ਘਰੇ ਬੀਬੀ ਤੋਂ ਕੁੱਟ ਖਾਧੀ। ਫਿਰ ਮੈਂ ਕਾਗਜ਼ਾਂ 'ਤੇ ਬਣਾਉਣ ਲੱਗੀ। ਰੰਗ ਨਹੀਂ ਸੀ ਮਿਲਦੇ। ਪੱਤਿਆਂ ਨੂੰ ਫੁੱਲਾਂ ਨੂੰ ਕੁੱਟ ਕੇ ਰੰਗ ਬਣਾ ਲੈਂਦੀ। ਫੁੱਲ ਤੋੜਨ ਕਰਕੇ ਕੁੱਟ ਪੈਂਦੀ। ਇੱਕ ਵਾਰ ਬੀਬੀ ਚੁਕੰਦਰ ਲਿਆਈ, ਮੈਂ ਉਹਦਾ ਰੰਗ ਬਣਾ ਲਿਆ। ਫਿਰ ਬੀਬੀ ਤੋਂ ਕੁੱਟ ਪਈ। ਘਰੇ ਵਿਹਲੀ ਹੁੰਦੀ ਤਸਵੀਰਾਂ ਬਣਾਉਣ ਲੱਗਦੀ। ਉਹ ਦੁਨੀਆ ਵਿੱਚ ਜਾ ਕੇ ਸਾਰੇ ਦੁੱਖ ਭੁੱਲ ਜਾਂਦੀ। ਇੱਕ ਦਿਨ ਤਸਵੀਰ ਬਣਾ ਰਹੀ ਸੀ। ਬੀਬੀ ਨੇ ਕਈ ਵਾਰ ਰੋਟੀ ਟੁੱਕ 'ਤੇ ਭਾਂਡੇ ਮਾਂਜਣ ਨੂੰ ਕਿਹਾ। ਮੈਂ ਤਸਵੀਰ ਨੂੰ ਆਖਰੀ ਛੋਹਾਂ ਦੇ ਰਹੀ ਸੀ। ਬੀਬੀ ਨੂੰ ਗੁੱਸਾ ਚੜ੍ਹ ਗਿਆ। ਉਹਨੇ ਮੇਰੀ ਬਣਾਈ ਤਸਵੀਰ 'ਤੇ ਟੁਕੜੇ ਟੁਕੜੇ ਕਰ ਦਿੱਤੇ। ਪਹਿਲਾਂ ਬਣਾਈਆਂ ਸਾਰੀਆਂ ਤਸਵੀਰਾਂ ਗੁੱਛਾ ਮੁੱਛਾ ਕਰਕੇ ਚੁੱਲ੍ਹੇ 'ਚ ਸੁੱਟ ਕੇ ਅੱਗ ਲਾ ਦਿੱਤੀ। ਵਿੱਚ ਹੀ ਇਨਾਮ 'ਚ ਮਿਲਿਆ ਸਰਟੀਫਿਕੇਟ ਮੱਚ ਗਿਆ। ਮੈਨੂੰ ਆਪਣੇ ਆਪ 'ਤੇ ਮਾਣ ਸੀ। ਪੂਰੇ ਸਕੂਲ 'ਚ ਮੇਰੇ ਵਰਗੀ ਕੋਈ ਤਸਵੀਰ ਬਣਾ ਕੇ ਦਿਖਾਵੇ। ਮਿਸਤਰੀਆਂ ਦੀ ਕੁੜੀ ਆ, ਹਰ ਤਸਵੀਰ ਮੁਣੀਏ 'ਚ ਹੁੰਦੀ ਆ। ਅੱਧੀ ਛੁੱਟੀ ਵੇਲੇ ਹੋਰ ਘਟਨਾ ਵਾਪਰ ਗਈ। ਮੈਂ ਤੇ ਜੋਤੀ ਨੇ ਕੰਟੀਨ 'ਚ ਸਮੋਸੇ ਲਏ। ਕੰਟੀਨ ਵਾਲਾ ਬਾਬੂ ਕਹਿੰਦਾ ਪੈਸੇ ਰਹਿਣ ਦਿਓ। ਕਿਉਂ? ਸਰਦਾਰ ਕਹਿੰਦਾ ਤੁਹਾਡੇ ਤੋਂ ਪੈਸੇ ਨਹੀਂ ਲੈਣੇ, ਮੈਂ ਆਪ ਦੇਊਂਗਾ। ਕੌਣ ਸਰਦਾਰ? ਸ਼ਿੰਦਾ ਸਰਦਾਰ। ਉਹ ਕੌਣ ਹੁੰਦਾ? ਮੈਂ ਗੁੱਸੇ 'ਚ ਕਿਹਾ। ਉਹਦੇ ਕਾਊਂਟਰ 'ਤੇ ਪੈਸੇ ਰੱਖ ਦਿੱਤੇ। ਸ਼ਿੰਦਾ ਡੱਫਰ ਹਰ ਵੇਲੇ ਮੌਕਾ ਤਕਾਉਂਦਾ ਰਹਿੰਦਾ। ਮੌਕਾ ਮਿਲਦਾ ਝੱਟ ਆ ਕੇ ਕਹੂਗਾ ਕਬੂਤਰੀਏ ਕਦੇ ਕੱਲੀ ਮਿਲ। ਜੀ ਕਰਦਾ ਜੁੱਤੀਆਂ ਨਾਲ ਉਹਦੇ ਗੰਦੇ ਥੋਬੜੇ 'ਤੇ ਹੋਰ ਵਿਗਾੜ ਦੇਵਾਂ। ਜੇ ਮਾਸਟਰ ਕੋਲ ਸ਼ਿਕਾਇਤ ਕਰਦੀ ਆ ਉਹਨੂੰ ਕੁਝ ਨਹੀਂ ਕਹਿੰਦੇ, ਉਲਟਾ ਮੇਰੀ ਬਦਨਾਮੀ ਹੋਣੀ ਸੀ। ਬੀਬੀ ਭਾਪੇ ਨੂੰ ਪਤਾ ਲੱਗਦਾ ਉਹ ਤਾਂ ਕਦੋਂ ਦੇ ਸਕੂਲੋਂ ਹਟਾਉਣ ਦੇ ਬਹਾਨੇ ਲੱਭਦੇ ਫਿਰਦੇ ਰਹੇ ਸੀ। ਮੈਡੀਟੇਸ਼ਨ ਵਾਲਿਆਂ ਵਾਂਗ ਅੱਖਾਂ ਕੰਨ
ਜ਼ੁਬਾਨ ਬੰਦ ਰੱਖਣੀ ਸਿੱਖ ਲਈ ਹੈ। ਮੈਂ ਤੇ ਜੋਤੀ ਬਾਥਰੂਮ ਵੱਲ ਜਾ ਰਹੀਆਂ ਸੀ। ਕੁੜੀਆਂ ਦਾ ਬਾਥਰੂਮ ਸਕੂਲ ਦੀ ਇਮਾਰਤ ਤੋਂ ਥੋੜ੍ਹਾ ਹਟਵਾਂ ਗਰਾਊਂਡ ਵੱਲ ਸੀ। ਰਾਹ ਵਿੱਚ ਸ਼ਿੰਦਾ ਬੁੱਗ ਇੱਕ ਹੋਰ ਲੰਡੂ ਨਾਲ ਖੜਾ ਸੀ। ਬੁੱਗ ਕਿੰਨੀ ਹੀ ਵਾਰ ਫੇਲ ਹੋ ਕੇ ਸਾਡੇ ਨਾਲ ਪੜ ਰਿਹਾ ਸੀ। ਬੁੱਢ ਬੜੋਚ ਮਨ 'ਚ ਸੋਚਣ ਲੱਗੀ, ਹਾਏ ਰੱਬਾ, ਇਹ ਮੇਰਾ ਖਹਿੜਾ ਹੀ ਨਹੀਂ ਛੱਡਦਾ, ਜਿਉਣਾ ਦੁੱਬਰ ਕੀਤਾ ਪਿਆ। ਉਹਦੀਆਂ ਅੱਖਾਂ ਬਹੁਤ ਡਰਾਉਣੀਆਂ ਨੇ, ਜਿਵੇਂ ਕੋਈ ਨਸ਼ਾ ਕਰਦਾ ਹੋਵੇ। ਜਦੋਂ ਮੈਂ ਤੇ ਜੋਤੀ ਉਸ ਕੋਲੋਂ ਲੰਘੀਆਂ, ਉਹ ਘਟੀਆ ਜਿਹੇ ਦੇਖਦੇ ਨੇ ਕੁਝ ਕਿਹਾ, ਡਫਰਾਂ ਵਾਂਗ ਮੁਸਕਰਾ ਰਿਹਾ ਸੀ। ਜੋਤੀ ਨੇ ਮੇਰੇ ਵੱਲ ਮੂੰਹ ਕਰਕੇ ਹੌਲੀ ਜਿਹਾ ਕਿਹਾ, ਡੇਲੜ ਜਾ। ਸ਼ਾਇਦ ਉਹਨੂੰ ਸੁਣ ਗਿਆ। ਅੱਗੇ ਜਾ ਕੇ ਜੋਤੀ ਨੇ ਗਰਦਨ ਘੁਮਾ ਕੇ ਦੇਖਿਆ, ਡੇਲੜ ਆਪਣੇ ਮਗਰ ਤੁਰਿਆ ਆਉਂਦਾ। ਉਹਨੇ ਘਬਰਾ ਕੇ ਦੱਸਿਆ, ਅਸੀਂ ਬਾਥਰੂਮ 'ਚ ਜਾ ਕੇ ਕੁੰਡਾ ਲਾਉਣ ਹੀ ਲੱਗੀਆਂ ਸਾਂ, ਉਹ ਧੱਕਾ ਮਾਰ ਕੇ ਅੰਦਰ ਆ ਵੜਿਆ। ਜੋਤੀ ਛਾਲ ਮਾਰ ਕੇ ਭੱਜ ਗਈ। ਉਹਦਾ ਸ਼ਿਕਾਰ ਤਾਂ ਮੈਂ ਸਾਂ। ਉਹ ਮੇਰਾ ਰਸਤਾ ਰੋਕ ਕੇ ਖੜ ਗਿਆ। ਮੈਂ ਘਬਰਾ ਕੇ ਕੰਧ ਨਾਲ ਲੱਗ ਗਈ। ਉਹਨੇ ਮੇਰੇ ਦੁਆਲੇ ਦੋਵੇਂ ਬਾਹਾਂ ਕੰਧ ਨਾਲ ਲਾ ਲਈਆਂ। ਮੈਂ ਕਿਹਾ, ਮੈਂ ਤਾਂ ਤੁਹਾਨੂੰ ਕੁਛ ਨਹੀਂ ਕਿਹਾ, ਸਹੁੰ ਲੱਗੇ। ਉਹ ਮੇਰੇ ਮੂੰਹ ਨੇੜੇ ਕਰਕੇ ਕਹਿ ਰਿਹਾ ਸੀ, ਮੈਂ ਤਾਂ ਤੇਰੇ ਨਾਲ ਲਾਲ ਮੂੰਹ ਦੀ ਮਿੱਠੀ ਲੈਣੀ ਆ, ਬਿੱਲੀਏ ਕਬੂਤਰੀਏ। ਮੈਂ ਗੁੱਸੇ 'ਚ ਉਹਦੇ ਢਿੱਡ 'ਚ ਲੱਤ ਮਾਰੀ, ਧੱਕਾ ਮਾਰ ਕੇ ਬਾਹਰ ਭੱਜ ਗਈ। ਸਾਰੇ ਸਕੂਲ ਵਿੱਚ ਗੱਲ ਫੈਲ ਗਈ। ਸ਼ਿੰਦੇ ਨੇ ਬਾਥਰੂਮ 'ਚ ਬਿੱਲੀ ਫੜ ਲਈ। ਮੇਰੀਆਂ ਬਿੱਲੀਆਂ ਅੱਖਾਂ ਕਰਕੇ ਮੇਰਾ ਨਾਂ ਬਿੱਲੀ ਪਾਇਆ ਹੋਇਆ। ਪ੍ਰਿੰਸੀਪਲ ਦੇ ਦਫ਼ਤਰ ਸੱਦ ਕੇ ਸਾਰਾ ਕੁਝ ਪੁੱਛਿਆ। ਫਿਰ ਸ਼ਿੰਦੇ ਬੁੱਗ ਨੂੰ ਸੱਦਿਆ। ਪਤਾ ਨਹੀਂ ਉਹਨੂੰ ਕੁੱਟਿਆ ਜਾਂ ਪਹਿਲਾਂ ਵਾਂਗ ਚੇਤਾਵਨੀ ਦੇ ਕੇ ਹੀ ਭੇਜ ਦਿੱਤਾ ਸੀ। ਮੈਂ ਬਹੁਤ ਡਰ ਗਈ ਸਾਂ। ਹਾਏ ਰੱਬਾ, ਇਹ ਕੀ ਹੋਈ ਜਾਂਦਾ? ਭਾਪੇ ਨੂੰ ਪਤਾ ਲੱਗ ਗਿਆ, ਉਹਨੇ ਮੈਨੂੰ ਮਾਰ ਦੇਣਾ। ਕਿਉਂ ਨਾ ਮੈਂ ਆਪ ਹੀ ਨਾ ਰਹਾ ਇਸ ਦੁਨੀਆ 'ਤੇ। ਸਕੂਲੋਂ ਪਿੰਡ 3 ਕਿਲੋਮੀਟਰ ਦੂਰ ਆ। ਛੁੱਟੀ ਮਿਲਦੇ ਹੀ ਘਰ ਨਹੀਂ ਗਈ। ਜਰਨੈਲੀ ਸੜਕ 'ਤੇ ਜਾ ਚੜ੍ਹੀ। ਉੱਥੇ ਬਹੁਤ ਬੱਸਾਂ, ਟਰੱਕ, ਕਾਰਾਂ ਲੰਘ ਰਹੇ ਸੀ। ਖੜੀ ਦੇਖਦੀ ਰਹੀ। ਮੇਰੇ 'ਚ ਇੰਨੀ ਹਿੰਮਤ ਨਾ ਪਈ ਉਹਨਾਂ ਹੇਠ ਆ ਕੇ ਮਰ ਸਕਾਂ। ਸ਼ਾਮ ਜਿਹੀ ਨੂੰ ਘਰ ਦੇ ਦਰਾਂ ਅੱਗੇ ਹੀ ਬੀਬੀ ਮਿਲ ਗਈ। ਗੁੱਸੇ 'ਚ ਫਟਣ ਵਾਲੀ ਹੋਈ ਪਈ। ਘਰ ਨਾ ਵੜਨ ਦੇਵੇ, ਜਾਂ ਮੁੜ ਜਾ ਚੜੇਲੇ, ਜਿੱਥੋਂ ਆਈਆਂ ਕੰਜਰਾਂ ਦੇ ਜਾਣੀ। ਮੇਰੀ ਬਾਂਹ ਦੁਖਦੀ ਆ। ਇਹ ਟੱਬਰ ਮੇਰਾ ਗੁਣ ਕਿੱਥੋਂ ਜਾਣੇ? ਮੈਂ ਤਾਂ ਬਿਨ ਬਾਲਣ ਤੋਂ ਚੁੱਲ੍ਹਾ ਤਪਾ ਕੇ ਰੱਖਿਆ। ਮੈਂ ਤਾਂ ਸਮਝਦੀ ਰਹੀ ਕੌਲੇ ਕੱਛਣੀ ਕਿਸੇ ਸਹੇਲੀ ਦੇ ਘਰ ਬੈਠੀ ਹੋਊ। ਮੈਨੂੰ ਤਾਂ ਛੋਟੀ ਪ੍ਰੀਤੀ ਨੇ ਦੱਸਿਆ, ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਾਰਿਆਂ ਹੱਥੀਏ, ਕਿੱਥੋਂ ਮੂੰਹ ਕਾਲਾ ਕਰਵਾ ਕੇ। ਲੋਕ ਕੀ ਕਹਿਣਗੇ? ਭਾਗ ਮਿਸਤਰੀ ਦੀ ਕੁੜੀ ਬਦਕਾਰ ਆ। ਤੁਹਾਡਾ ਪਾਪਾ ਨਾਲੇ ਆਪ ਮਰੂ, ਨਾਲੇ ਤੁਹਾਨੂੰ ਮਾਰੂ। ਆ ਜਾਣ ਦੇ ਤੇਰੇ ਪਾਪੇ ਨੂੰ ਤੇਰੀਆਂ ਲੱਤਾਂ ਤੜਾਉਣੀਆਂ। ਹੇ ਰੱਬਾ, ਕਿਸੇ ਨੂੰ ਧੀਆਂ ਨਾ ਦੇਈ। ਉਹ ਕਿੰਨਾ ਹੀ ਚਿਰ ਕਲਪਦੀ ਰਹੀ। 6ਵੀਂ 'ਚ ਪੜ੍ਹਦੀ ਮੇਰੀ ਭੈਣ ਪ੍ਰੀਤੀ ਨੇ ਉਹਨੂੰ ਸਕੂਲ ਵਾਲੀ ਗੱਲ ਦੱਸ ਦਿੱਤੀ ਸੀ। ਕਿੰਨਾ ਹੀ ਚਿਰ ਮੈਂ ਘਰੋਂ ਬਾਹਰ ਖੜੀ ਰਹੀ। ਫਿਰ ਮੇਰੀ ਬਾਂਹ ਫੜ ਕੇ ਅੰਦਰ ਲੈ ਗਈ। ਕਿੱਥੇ ਤੀ ਨੇ ਇੰਨਾ ਚਿਰ? ਉਹਨੇ 2-3 ਵਾਰ ਪੁੱਛਿਆ। ਮੈਂ ਕੋਈ ਜਵਾਬ ਨਾ ਦਿੱਤਾ। ਉਹ ਸਮਝੌਤੀਆਂ ਦੇਣ ਲੱਗੀ। ਲੋਕ ਕੁੜੀਆਂ ਨੂੰ ਦੇਵੀਆਂ ਕਹਿੰਦੇ ਨੇ, ਕੰਜਕਾਂ ਪੂਜਦੇ ਨੇ। ਇਹ ਨਹੀਂ ਬਈ ਉਹਨਾਂ ਦਾ ਮਾਣ ਇੱਜ਼ਤ ਕਰਦੇ ਨੇ। ਉਹ ਡਰਦੇ ਨੇ, ਪੂਜਦੇ ਨੇ, ਕਿਤੇ ਉਹਨਾਂ ਦੀ ਇੱਜ਼ਤ ਨਾ ਰੋਲ ਦੇਣ। ਅੱਗ ਦੀ ਉਮਰ ਆ, ਸੰਭਾਲ ਕੇ ਰਿਹਾ ਕਰ। ਵਰਦੀ ਲਾ, ਡੰਗਰਾਂ ਨੂੰ ਕੱਖ ਪਾ, ਪਾਣੀ ਪਿਲਾ। ਬੇਜਵਾਨ ਸਵੇਰ ਦੇ ਭੁੱਖੇ ਤਿਹਾਏ ਨੇ। ਡੰਗਰਾਂ ਨੂੰ ਪਾਣੀ ਪਿਲਾ ਕੇ ਕੱਖ ਪਾ ਕੇ ਮੁੜੀ। ਫਿਰ ਬੀਬੀ ਸਮਝੌਤੀਆਂ ਦੇਣ ਲੱਗੀ। ਰਕਾਨ ਬਣ ਕੇ ਰਿਹਾ ਕਰ। ਅਜੇ ਭਾਪੇ ਨੇ ਆਉਣਾ ਸੀ। ਉਹਨੇ ਪਤਾ ਨਹੀਂ ਮੇਰੀ ਕੀ ਦੁਰਦਸ਼ਾ ਕਰਨੀ ਸੀ। ਜਲਦੀ ਉਹ ਜਲਾਦਾਂ ਵਾਂਗ ਬੇਕਿਰਕਾ। ਪਾਪਾ ਸ਼ਰਾਬੀ ਹੋ ਕੇ ਆਇਆ। ਮੇਰਾ ਸਾਹ ਸੁੱਕ ਗਿਆ। ਅੰਦਰ ਬੈਠੀ ਕਾਗਜ਼ 'ਤੇ ਅਮੂਰਤਾਂ ਜਿਹੀਆਂ ਲੀਕਾਂ ਮਾਰਦੀ ਰਹੀ। ਰੋਟੀ ਖਾ ਕੇ ਸੌਂ ਗਿਆ। ਬੀਬੀ ਨੇ ਉਹ ਤੋਂ ਗੱਲ ਲੁਕਾ ਲਈ ਸੀ। ਅਗਲੇ ਦਿਨ ਬੀਬੀ ਨੇ ਸਕੂਲ ਨਾ ਜਾਣ ਦਿੱਤਾ। ਉਹ ਚਾਹੁੰਦੀ ਸੀ ਗੱਲ ਠੰਡੀ ਪੈ ਜਾਵੇ। ਉਹਨੇ ਮਲੇਰਕੋਟਲੇ ਪਲਸਤਰ ਵਾਲੀ ਬਾਂਹ ਦਿਖਾਉਣ ਜਾਣਾ ਸੀ। ਚੀਸ ਪੈਣੋਂ ਨਹੀਂ ਹਟਦੀ ਸੀ। ਮੇਰਾ ਵੀ ਸਕੂਲ ਜਾਣ ਨੂੰ ਮਨ ਨਹੀਂ ਕਰਦਾ। ਪਾਪਾ ਸਾਈਕਲ ਚੱਕ ਕੇ ਲਾਗਲੇ ਪਿੰਡ ਕਿਸੇ ਦੀ ਕੋਠੀ ਪਾਉਣ ਕੰਮ 'ਤੇ ਚਲਾ ਗਿਆ। ਛੋਟੀਆਂ ਕੁੜੀਆਂ ਸਕੂਲ ਚਲੇ ਆਉਂਦੀਆਂ। ਬੀਬੀ ਨੇ ਮੈਥੋਂ ਦੇਖ ਕਰਵਾਤੀ। ਮਾਤਾ ਸਤੀ ਦੀ ਸਮਾਧ 'ਤੇ ਮੱਥਾ ਟੇਕਣ ਚਲੀ ਗਈ। ਬਾਂਹ ਦਿਖਾਉਣ ਜਾਣ ਲਈ ਉਹ ਕਿਸੇ ਦੇ ਪੈਸੇ ਵੀ ਮੰਗਣੇ ਸੀ। ਆ ਕੇ ਬੀਬੀ ਨੇ ਝੋਲਾ ਚੁੱਕਿਆ। ਮਲੇਰਕੋਟਲੇ ਵਾਲੀ ਬੱਸ ਜਰਨੈਲੀ ਸੜਕ ਤੋਂ ਮਿਲਣੀ ਸੀ। 1.5 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ। ਜਾਣ ਲੱਗੀ ਬੋਲੀ, ਕੰਮ ਨਿਬੇੜ ਲਈ ਰਕਾਨ ਬਣ ਕੇ। ਭਾਂਡੇ ਟੀਂਡੇ ਵਿਹੜਾ ਸੰਵਾਰਨ ਦਾ ਕੰਮ ਨਿਬੇੜ। ਡੰਗਰਾਂ ਵਾਲੀ ਗੱਲ ਗਈ। ਕੰਮ ਛੇਤੀ ਨਿਬੇੜ। ਤਸਵੀਰ ਬਣਾਉਣਾ ਚਾਹੁੰਦੀ ਸੀ। ਮਨ ਬਹੁਤ ਉਦਾਸ ਸੀ। ਮੀਣੀ ਮੱਝ ਕਿੱਲੇ ਨਾਲ ਖੜੀ ਝੂਰ ਰਹੀ ਸੀ। ਉਹਦੇ ਸਿਰ 'ਤੇ ਹੱਥ ਫੇਰਿਆ। ਤੈਨੂੰ ਪਤਾ ਹੈ, ਸਾਰੀ ਉਮਰ ਇਸ ਕਿੱਲੇ ਨਾਲ ਖੜਨਾ। ਕਿਉਂ ਝੂਰਦੀ ਰਹਿੰਦੀ ਹੈ? ਕਿਉਂ ਕਿੱਲੇ ਪਟਾਉਣੀ ਹੈ? ਫੋੜੇ ਨਾਲ ਗੋਹਾ ਪਿੱਛੇ ਹਟਾਇਆ। ਟੋਕਰਾ ਭਰ ਕੇ ਰੂੜੀ 'ਤੇ ਸਿੱਟ ਆਈ।
ਮੱਝਾਂ ਨੂੰ ਸੁੰਨੀ ਰਲਾਉਣ ਲਈ ਤੂੜੀ ਵਾਲੇ ਕਮਰੇ 'ਚ ਤੂੜੀ ਲੈਣ ਚਲੀ ਗਈ। ਪੈੜ ਚਾਲ ਜਿਹੀ ਸੁਣੀ ਸੀ। ਜਦ ਪਿੱਛੇ ਮੁੜ ਕੇ ਦੇਖਿਆ ਕੋਈ ਨਹੀਂ ਸੀ। ਅਜੇ ਅੱਧਾ ਟੋਕਰਾ ਹੀ ਭਰਿਆ ਸੀ। ਕਿਸੇ ਨੇ ਪਿੱਛੋਂ ਆ ਕੇ ਮੇਰੀਆਂ ਅੱਖਾਂ ਬੰਦ ਕਰ ਲਈਆਂ। ਘਬਰਾ ਕੇ ਦੋਵੇਂ ਹੱਥਾਂ ਨਾਲ ਅੱਖਾਂ ਛਡਾਉਣ ਲੱਗੀ, ਪਰ ਉਹਦੀ ਪਕੜ ਮਜ਼ਬੂਤ ਸੀ। ਕੌਣ ਆ? ਪੁੱਛ ਕੌਣ? ਮਰਦਾਨਵੀ ਆਵਾਜ਼ ਸੀ। ਪਤਾ ਨਹੀਂ। ਮੇਰੀਆਂ ਅੱਖਾਂ ਛੱਡ। ਉਹ ਹੋਰ ਜ਼ੋਰ ਨਾਲ ਅੱਖਾਂ ਦੱਬੀ ਜਾ ਰਿਹਾ ਸੀ। ਮੇਰਾ ਸਾਹ ਬੰਦ ਹੋ ਗਿਆ। ਅੱਖਾਂ ਛੱਡ। ਉਹਨੇ ਅੱਖਾਂ 'ਤੇ ਹੱਥ ਚੁੱਕਿਆ। ਕਮਰੇ ਅੰਦਰ ਪਹਿਲਾਂ ਹੀ ਹਨੇਰਾ ਸੀ। ਦੂਜਾ, ਅੱਖਾਂ ਇੰਨੀ ਜ਼ੋਰ ਨਾਲ ਦੱਬੀਆਂ ਕੁਝ ਦਿਖਾਈ ਨਾ ਦੇਵੇ। ਤੇਰੇ ਕਰਕੇ ਮੈਂ ਸਕੂਲੋਂ ਨਾ ਕੱਟਿਆ ਗਿਆ ਬਿੱਲੀਏ ਕਬੂਤਰੀਏ। ਹਾਏ ਰੱਬਾ, ਇਹ ਤਾਂ ਛਿੰਦਾ ਬੁੱਗ ਸੀ। ਰੂੜੀ ਉੱਤੇ ਗੋਹਾ ਸਿੱਟ ਕੇ ਆਉਂਦੀ ਨੂੰ ਇਹਨੇ ਦੇਖ ਲਿਆ ਹੋਣਾ। ਚਲਿਆ ਜਾ ਜੇ ਭਲੀ ਭਾਤੀ ਚਾਹੁੰਦਾ, ਨਹੀਂ ਮੈਂ ਰੌਲਾ ਪਾ ਦੇਣਾ। ਜਾਣ ਨੂੰ ਨਹੀਂ ਆਇਆ। ਜਿਵੇਂ ਪਤੰਗੇ ਲਾਟ 'ਤੇ ਸੜਨ ਆਉਂਦੇ ਨੇ, ਉਵੇਂ ਆਇਆ, ਸੜਨ ਆਇਆ। ਨਿਰੀ ਲਾਟ ਆ ਤੂੰ। ਜਦ ਦਫਾ ਹੋ। ਪਤੰਗਾ ਨਹੀਂ, ਭੂੰਡ ਆ ਜਿਹੜੇ ਪਾਥੀਆਂ ਪਰੋਲਦੇ ਰਹਿੰਦੇ ਨੇ। ਤੈਨੂੰ ਛਿੱਤਰਾਂ ਦਾ ਘਾਟ ਆ। ਮੈਂ ਬਾਹਰ ਨੂੰ ਭੱਜਣ ਲੱਗੀ। ਛਿੰਦੇ ਨੇ ਬਾਂਹ ਫੜ ਲਈ। ਉਹ ਤਕੜਾ ਸੀ। ਜੱਫੀ ਪਾ ਕੇ ਤੂੜੀ 'ਤੇ ਸਿੱਟ ਲਿਆ। ਮੇਰੀ ਚੀਕ ਉਹਨੇ ਮੂੰਹ 'ਤੇ ਹੱਥ ਰੱਖ ਕੇ ਰੋਕ ਦਿੱਤੀ। ਪਿੰਡ ਦੀ ਕੁੜੀ ਭੈਣ ਹੁੰਦੀ ਆ। ਮੈਂ ਤੇਰੀ ਭੈਣ ਵਰਗੀ ਆ। ਉਸ ਡਫਰ 'ਤੇ ਕਿਸੇ ਗੱਲ ਦਾ ਅਸਰ ਨਹੀਂ ਸੀ ਹੋ ਰਿਹਾ। ਮੈਂ ਰੌਲਾ ਪਾਉਣ ਲੱਗੀ। ਉਹਨੇ ਹੱਥ ਨਾਲ ਮੇਰਾ ਮੂੰਹ ਬੰਦ ਕਰਕੇ ਚੁੰਨੀ ਨਾਲ ਬੰਨ੍ਹ ਦਿੱਤਾ। ਕਮਰਾ ਤੂੜੀ ਦੀ ਗਰਦ ਨਾਲ ਭਰ ਗਿਆ। ਮੇਰੇ ਹੱਥ ਜੋੜਨ ਦਾ ਉੱਤੇ ਕੋਈ ਅਸਰ ਨਾ ਹੋਇਆ। ਅੱਜ ਛਤਰੀ 'ਤੇ ਲਾਉਣਾ ਹੀ ਲਾਉਣਾ। ਜਿੰਨਾ ਮਰਜ਼ੀ ਫੜਫੜਾ ਲਾ ਚਿੱਟੀਏ ਕਬੂਤਰੀਏ। ਮੈਂ ਉਹਦੇ ਮੂੰਹ 'ਤੇ ਨੋਹਾਂ ਨਾਲ ਘਰੂਟ ਭਰ ਲਿਆ। ਉਹਨੇ ਬਾਹਾਂ ਫੜ ਕੇ 2-3 ਥੱਪੜ ਮਾਰੇ। ਮੈਂ ਲੱਤਾਂ ਮਾਰ ਉਹਨੂੰ ਨੇੜੇ ਨਾ ਲੱਗਣ ਦੇਵਾਂ। ਉਹਨੇ ਬਾਹਾਂ ਛੱਡ ਲੱਤਾਂ ਫੜ ਲਈਆਂ। ਮੈਂ ਨਦੀ 'ਚ ਡੁੱਬ ਰਹੇ ਬੰਦੇ ਵਾਂਗ ਹੱਥ ਪੈਰ ਮਾਰ ਰਹੀ ਸੀ। ਅਚਾਨਕ ਮੇਰਾ ਹੱਥ ਤੰਗਲੀ ਨੂੰ ਪੈ ਗਿਆ। ਪੂਰੇ ਜੋਸ਼ ਨਾਲ ਤੰਗਲੀ ਉਹਦੇ ਢਿੱਡ 'ਚ ਮਾਰੀ। ਉਹ ਚੀਕ ਮਾਰ ਕੇ ਤੜਫਦਾ ਪਿੱਛੇ ਡਿੱਗ ਪਿਆ। ਮੇਰੇ ਸਿਰ 'ਤੇ ਜਿਵੇਂ ਭੂਤ ਹੀ ਸਵਾਰ ਸੀ। ਓਨਾ ਚਿਰ ਤੰਗਲੀਆਂ ਉਹਦੇ ਮਾਰਦੀ ਰਹੀ ਜਦੋਂ ਤੱਕ ਉਹ ਖੂਨ ਨਾਲ ਲੱਥ-ਪੱਥ ਹੋ ਕੇ ਚੀਕਣੋਂ ਹਟ ਗਿਆ। ਸਲਵਾਰ ਚੁੱਕ ਕੇ ਪਾਈ, ਅੰਦਰ ਨੂੰ ਭੱਜ ਗਈ। ਤੂੜੀ ਅਤੇ ਖੂਨ ਨਾਲ ਲਿਬੜੀ ਪਈ ਸਾਂ। ਗੁਸਲਖਾਨੇ 'ਚ ਨਹਾ ਕੇ ਕੱਪੜੇ ਬਦਲੇ। ਖੂਨ ਨਾਲ ਲਿਬੜੇ ਕੱਪੜੇ ਇੱਕ ਲਿਫਾਫੇ 'ਚ ਪਾ ਲਏ। ਘਰੋਂ ਭੱਜ ਗਈ। ਬਹੁਤ ਡਰ ਗਈ ਸਾਂ। ਪਤਲੀ ਵੀਹੀ 'ਚ ਲੰਘੀ ਜਾਂਦੀ ਨੇ ਪੁਰਾਣੇ ਖੂਹ ਵਿੱਚ ਜਿੱਥੇ ਖਵਾਜੇ ਦਾ ਮੱਥਾ ਟੇਕਿਆ ਜਾਂਦਾ ਸੀ, ਉਹ ਲਿਫਾਫਾ ਸੁੱਟ ਦਿੱਤਾ। ਬਾਹਰਲੀ ਵੀਹੀ 'ਚ ਜਾ ਕੇ ਦੇਖਿਆ, ਬਰੋਟੇ ਦੇ ਚੌਂਤਰੇ ਉੱਤੇ ਬੰਦੇ ਬੈਠੇ ਸੀ। ਸੂਬੇਦਾਰਾਂ ਦੇ ਬਾਹਰਲੇ ਘਰ ਜਿੱਥੇ ਉਹ ਡੰਗਰ ਬੰਨ੍ਹਦੇ ਸੀ ਜਾ ਵੜੀ। ਡੰਗਰਾਂ ਦੇ ਬਰਾਂਡੇ ਕੋਲੋਂ ਲੰਘ ਕੇ ਤੂੜੀ ਵਾਲੇ ਕੋਠੇ ਵਿੱਚ ਚਲੀ ਗਈ। ਬਹੁਤ ਚਿਰ ਉੱਥੇ ਹੀ ਬੈਠੀ ਰਹੀ। ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਕੰਨ ਸਾਂ-ਸਾਂ ਕਰ ਰਹੇ ਸੀ। ਯਕੀਨ ਨਹੀਂ ਆਉਂਦਾ, ਥੋੜ੍ਹਾ ਚਿਰ ਪਹਿਲਾਂ ਮੈਥੋਂ ਕਤਲ ਹੋ ਗਿਆ। ਬੁੱਗ ਦੀਆਂ ਚੀਕਾਂ ਸੁਣ ਕੇ ਚੰਗਾ ਲੱਗਿਆ। ਕੁੜੀ ਕਬੂਤਰੀ ਨਹੀਂ ਹੁੰਦੀ। ਉਹਦੇ ਬਾਹਰਲੇ ਵਿਹੜੇ ਜਾ ਕੇ ਉਹਦੇ ਖੋਡੇ ਦਾ ਦਰ ਖੋਲ੍ਹ ਦਿੱਤਾ। ਫਿਰ ਸੂਬੇਦਾਰਾਂ ਦੇ ਬਾਹਰਲੇ ਵਿਹੜੇ ਆ ਵੜੀ। ਵੀਹੀ 'ਚੋਂ ਸਕੂਲ ਦੇ ਬੱਚਿਆਂ ਦੇ ਲੰਘਣ ਦੀ ਆਵਾਜ਼ ਆ ਰਹੀ ਸੀ। ਆਵਾਜ਼ਾਂ ਬੰਦ ਹੋਈਆਂ। ਮੈਂ ਬਾਹਰ ਨਿਕਲੀ। ਖੇਤਾਂ ਦੇ ਪਹੀਆਂ ਨੂੰ ਤੁਰ ਗਈ। ਜਰਨੈਲੀ ਸੜਕ 'ਤੇ ਜਾ ਕੇ ਨਾਨਕਿਆਂ ਨੂੰ ਬੱਸ ਚੜ੍ਹਨਾ ਸੀ। ਇੱਕ ਉਜੜੇ ਭੱਠੇ 'ਤੇ ਜਾ ਕੇ ਲੁੱਕ ਗਈ। ਮੇਨ ਸੜਕ 'ਤੇ ਪਿੰਡ ਵੱਲ ਨੂੰ ਗੂੰ-ਗੂੰ ਕਰਦੀਆਂ ਪੁਲਿਸ ਦੀਆਂ ਗੱਡੀਆਂ ਲੰਘੀਆਂ। ਮੇਰੇ ਮੂੰਹੋਂ ਬੁੱਗ ਨੂੰ ਗਾਲਾਂ ਨਿਕਲ ਗਈਆਂ। ਰੁੜ ਜਾਣੇ ਨੇ, ਮਰੇ ਬਿਨਾਂ ਖਹਿੜਾ ਨਹੀਂ ਛੱਡਿਆ। ਹੁਣ ਮੇਰੀ ਜ਼ਿੰਦਗੀ ਨਰਕ ਕਰਤੀ। ਬੱਸ ਚੜ੍ਹਨ ਲਈ ਮੇਰੇ ਕੋਲ ਕਿਰਾਇਆ ਨਹੀਂ ਸੀ। ਹਨੇਰਾ ਹੋਇਆ ਨਹਿਰ ਦੀ ਪਟੜੀ ਪੈ ਗਈ। ਇਹ ਨਹਿਰ ਮੇਰੇ ਨਾਨਕਿਆਂ ਕੋਲੋਂ ਲੰਘਦੀ ਸੀ। ਪਟੜੀ 'ਤੇ ਤੁਰੀ ਜਾਂਦੀ ਨੂੰ ਜੀਵ ਜੰਤੂ, ਪਿੰਡਿਆਂ ਦੀਆਂ ਆਵਾਜ਼ਾਂ ਅਜੀਬ ਲੱਗਣ। ਝਾੜੀਆਂ 'ਤੇ ਕਦੇ ਬੰਦੇ ਦਾ ਭੁਲੇਖਾ ਪਾਉਣ, ਕਦੇ ਭੂਤ ਦਾ। ਮੋਟਰਸਾਈਕਲ, ਸਕੂਟਰ, ਕਾਰ ਲੰਘੇ। ਮੈਂ ਦਰਖਤ ਤੋਲੇ ਹੋ ਜਾਇਆ ਕਰਾਂ। ਤੁਰੀ ਜਾਂਦੀ ਥੱਕ ਗਈ। ਭੁੱਖ ਵੀ ਲੱਗ ਆਈ। ਦੁਪਹਿਰ ਦੀ ਰੋਟੀ ਖਾਧੀ ਸੀ। ਨਹਿਰ ਦੇ ਕੰਢੇ ਬੈਠ ਕੇ ਬੁੱਕਾਂ ਨਾਲ ਪਾਣੀ ਪੀਤਾ। ਪਾਣੀ ਦੀ ਆਵਾਜ਼ ਐਂ ਆ ਰਹੀ ਸੀ ਜਿਵੇਂ ਮੈਨੂੰ ਨਾਲ ਰੋੜ ਕੇ ਲੈ ਜਾਊਗਾ। ਕਿਸੇ ਨੂੰ ਪਤਾ ਨਹੀਂ ਲੱਗਣਾ ਸਿਮਰ ਕਿੱਥੇ ਗਈ। ਉੱਠ ਕੇ ਤੁਰ ਪਈ। ਸਮਝ ਨਾ ਲੱਗੇ ਚੰਗਾ ਕੀਤਾ ਕਿ ਮਾੜਾ। ਇੱਕ ਕੰਮ ਤਾਂ ਅੱਜ ਹੋਣਾ ਹੀ ਤੀ। ਜਾਂ ਤਾਂ ਡੇਲੜ ਬਲਾਤਕਾਰ ਕਰਕੇ ਮੈਨੂੰ ਮਾਰ ਦਿੰਦਾ। ਓਕਣ ਵੀ ਮੇਰੀ ਜ਼ਿੰਦਗੀ ਬਰਬਾਦ ਹੋਣੀ ਤੀ। ਹੁਣ ਉਹਦੇ ਵਾਲਾ ਕੰਮ ਨਿਬੇੜ ਆਈਆਂ। ਦਰਖਤ ਤੋਲੇ ਖੜੀ ਨੇ। ਕਾਰ ਦੀ ਲਾਈਟ ਦੇ ਚਾਨਣ ਵਿੱਚ ਬੋਰਡ ਪੜ੍ਹਿਆ, ਮਾਹਪੁਰ। ਹਾਏ ਰੱਬਾ, ਸਾਰੀ ਰਾਤ ਤੁਰਦਿਆਂ ਲੰਘ ਗਈ। ਅਜੇ ਵੀ ਪਿੰਡੋਂ ਬਹੁਤੀ ਦੂਰ ਨਹੀਂ ਗਈ। ਸਵੇਰ ਦੇ 4 ਵੱਜ ਗਏ। ਗੁਰਦੁਆਰੇ ਬਾਬਾ ਬੋਲ ਪਿਆ। ਸੋਚਿਆ ਗੁਰਦੁਆਰੇ ਜਾ ਕੇ ਚਾਹ ਪਾਣੀ ਛਕ ਲਾਂ, ਫਿਰ ਗਾਹਾਂ ਤੁਰੂੰਗੀ।
ਨਹਿਰ ਵਾਲੀ ਪਟੜੀ ਤੋਂ ਪਿੰਡ ਵਾਲੀ ਸੜਕ ਪੈ ਗਈ। ਪਿੰਡ ਦੇ ਸਭ ਤੋਂ ਪਹਿਲੇ ਘਰ 'ਚ ਕੁੱਤੇ ਨਿਕਲ ਆਏ। ਉਹ ਭੌਂ ਭੌਂ ਮੈਨੂੰ ਅੱਗੇ ਨਾ ਜਾਣ ਦੇਣ। ਮਕਾਨ ਦਾ ਮਾਲਕ ਬਾਹਰ ਆਇਆ। ਕੌਣ? ਮੈਂ ਆ ਜੀ। ਮੈਂ ਕੌਣ? ਉਹਨੇ ਕੁੱਤਿਆਂ ਨੂੰ ਖਸਕੇਰ ਕੇ ਮੋਬਾਈਲ ਦੀ ਲਾਈਟ ਦਾ ਚਾਨਣ ਮੇਰੇ ਮੂੰਹ 'ਤੇ ਮਾਰਿਆ। ਜੀ ਮੈਂ ਰਾਹ ਭੁੱਲ ਗਈ। ਆ ਜਾ, ਚਾਹ ਪਾਣੀ ਪੀ ਲਾ, ਰਾਹ ਅਸੀਂ ਦੱਸ ਦਿੰਦੇ ਹਾਂ। ਉਹ ਕੁੱਤਿਆਂ ਨੂੰ ਘੂਰਦਾ ਅੰਦਰ ਨੂੰ ਤੁਰ ਪਿਆ। ਮੈਨੂੰ ਝਿਜਕਦੀ ਦੇਖ ਕਹਿੰਦਾ, ਆ ਜਾ, ਚਾਹ ਬਣੀ ਪਈ ਆ। ਉਹਦੇ ਘਰ ਵਾਲੀ ਨੇ ਚਾਹ ਧਰੀ ਹੋਈ ਸੀ। ਉਹਨੇ ਸਾਜਰੇ ਉੱਠ ਕੇ ਗੰਨੇ ਕੱਢਣ ਜਾਣਾ ਸੀ। ਇਹ ਕੁੜੀ ਰਾਹ ਭੁੱਲ ਗਈ। ਸਾਰੀ ਰਾਤ ਦੀ ਭਟਕਦੀ ਫਿਰਦੀ ਆ। ਚਾਹ ਪਿਲਾ, ਇਹਦੀ ਸੁਰਤ ਟਿਕਾਣੇ ਆਵੇ। ਉਹਨੇ ਆਪਣੇ ਘਰ ਵਾਲੀ ਨੂੰ ਦੱਸਿਆ। ਬਣੀ ਹੋਈ ਚਾਹ ਵਿੱਚ ਉਹਨੇ ਮੈਨੂੰ ਗਲਾਸ ਵਿੱਚ ਪਾ ਦਿੱਤੀ। ਜਦੋਂ ਚਾਹ ਪੀ ਕੇ ਗਲਾਸ ਰੱਖਿਆ, ਉਹ ਤੀਵੀਂ ਬੋਲੀ, ਹਾਂ ਹੁਣ ਦੱਸ, ਅਸੀਂ ਕੰਮ 'ਤੇ ਜਾਣਾ। ਜਵਾਨ ਜਹਾਨ ਏ, ਤੇਰਾ ਹੀਲਾ ਕੀਤੇ ਬਿਨਾਂ ਨਹੀਂ ਜਾ ਸਕਦੇ। ਹਾਏ ਰੱਬਾ, ਇਹਨਾਂ ਨੂੰ ਕੀ ਦੱਸਾਂ। ਜੀ ਮੈਂ ਖੇਤ ਗਈ ਤੀ ਭਾਪੇ ਦੀ ਰੋਟੀ ਲੈ ਕੇ। ਰੋਟੀ ਦੇ ਕੇ ਮੁੜੀ ਆਉਂਦੀ ਤੀ, ਉੱਥੇ ਸੂਏ ਕੋਲ ਸਾਧ ਮਿਲ ਗਿਆ। ਮੇਰੇ ਕੰਨਾਂ 'ਚ ਸੋਨੇ ਦੀਆਂ ਬਾਲੀਆਂ ਪਾਈਆਂ ਹੋਈਆਂ ਸੀ। ਸਾਧ ਨੇ ਮੈਨੂੰ ਕੁਛ ਸੰਭਾਤਾ। ਮੈਂ ਬੇਹੋਸ਼ ਹੋ ਗਈ। ਮੇਰੀਆਂ ਬਾਲੀਆਂ ਲਾਹ ਕੇ ਲੈ ਗਿਆ। ਜਦੋਂ ਸੁਰਤ ਆਈ, ਨਹਿਰ ਦੇ ਕੰਢੇ ਪਈ ਤੀ। ਹਾਏ ਕਿੱਡਾ ਕਲਯੁੱਗ ਆ ਗਿਆ। ਤੇਰਾ ਘਰ ਕਿੱਥੇ ਆ? ਮਾਂ ਬਾਪ ਦਾ ਕੀ ਨਾਂ? ਜੀ ਮੇਰੀ ਯਾਦ ਸੁਰਤ ਗੁਆਚ ਗਈ। ਮੈਨੂੰ ਕੁਛ ਚੇਤੇ ਨਹੀਂ। ਤੀਵੀਂ ਮੇਰੇ ਕੋਲ ਪੁੱਛ ਰਹੀ ਸੀ। ਉਸ ਆਦਮੀ ਨੇ ਆਸ ਗੁਆਂਢ ਗੱਲ ਕੀਤੀ। ਥੋੜ੍ਹੇ ਚਿਰ ਗੱਲ 'ਚ ਸਾਰੇ ਪਿੰਡ ਫੈਲ ਗਈ। ਥੋੜ੍ਹੀ ਦੇਰ 'ਚ ਗੱਲ ਸਾਰੇ ਪਿੰਡ 'ਚ ਫੈਲ ਗਈ। ਸਾਧ ਨੇ ਕੁੜੀ ਨੂੰ ਕੁਛ ਸੰਘਾ ਕੇ ਬਾਲੀਆਂ ਲਾ ਲਈਆਂ। ਹੁਣ ਕੁੜੀ ਨੂੰ ਸੁਰਤ ਨਹੀਂ। ਲੋਕ ਮੈਨੂੰ ਦੇਖਣ ਆਉਣ ਲੱਗੇ। ਵਾਰ-ਵਾਰ ਗੱਲਾਂ ਬਦਲਣ ਦੇ ਕਾਰਨ ਘਰ ਦਾ ਮਾਲਕ ਕਹਿੰਦਾ, ਤੇਰੀਆਂ ਸਾਰੀਆਂ ਸੁਣ ਗਈਆਂ, ਮੰਨ ਵੀ ਲਈਆਂ। ਹੁਣ ਟਾਈਮ ਖਰਾਬ ਨਾ ਕਰ। ਸੱਚੋ ਸੱਚ ਦੱਸ, ਤੇਰਾ ਪਿੰਡ ਕਿਹੜਾ? ਨਹੀਂ ਅਸੀਂ ਤੈਨੂੰ ਥਾਣੇ ਛੱਡ ਆਉਣਾ। ਉਹਨੇ ਆਪੇ ਤੇਰੇ ਮਾਂ ਪਿਓ ਲੱਭ ਲੈਣੇ ਆ। ਥਾਣੇ ਦੇ ਨਾਂ ਡਰ ਗਈ ਸਾਂ। ਚੰਗੇ ਕਰਮਾਂ ਨੂੰ ਪਿੰਡ ਦਾ ਇੱਕ ਬੰਦਾ ਮੈਨੂੰ ਦੇਖਣ ਆਇਆ। ਉਹਨੇ ਪਛਾਣ ਲਿਆ। ਕੁੜੇ ਤੂੰ ਭਾਗ ਮਿਸਤਰੀ ਦੀ ਕੁੜੀ ਨਹੀਂ? ਜੀ ਕੌਣ ਭਾਗ? ਮੈਂ ਮੁੱਕਰਨਾ ਚਾਹੁੰਦੀ ਸੀ। ਜਦੋਂ ਧਿਆਨ ਨਾਲ ਦੇਖਿਆ, ਜਸਵੰਤ ਅੰਕਲ ਸੀ। ਸਾਡੇ ਘਰ ਭਾਪੇ ਕੋਲ ਆਉਂਦੇ ਹੁੰਦੇ ਸੀ। ਭਾਪੇ ਨੇ ਉਹਦੀ ਕੋਠੀ ਪਾਈ ਸੀ। ਇਹ ਸਾਡੀ ਹੋਈ ਕੁੜੀ ਆ ਕਹਿ ਕੇ ਉਹ ਮੈਨੂੰ ਮੋਟਰਸਾਈਕਲ 'ਤੇ ਬਿਠਾ ਕੇ ਘਰ ਲੈ ਗਿਆ। ਕਹੀ ਜਾਵੇ, ਸੱਚੋ ਸੱਚ ਦੱਸ ਕੀ ਗੱਲ ਆ? ਮੈਂ ਕੁਝ ਨਾ ਬੋਲਾਂ। ਭਾਪੇ ਨੂੰ ਫੋਨ ਕਰਨ ਲੱਗਾ। ਉਹਦਾ ਫੋਨ ਬੰਦ ਆਵੇ। ਰੋਟੀ ਖਵਾ ਕੇ ਉਹ ਮੈਨੂੰ ਘਰ ਛੱਡ ਕੇ ਆਉਣ ਲਈ ਮੋਟਰਸਾਈਕਲ ਕੱਢ ਲਿਆ। ਮੈਂ ਸਾਰੀ ਗੱਲ ਦੱਸ ਦਿੱਤੀ। ਸਿਰ ਪਲੋਸਦਾ ਕਹਿਣ ਲੱਗਾ, ਤੂੰ ਬੜੀ ਬਹਾਦਰ ਕੁੜੀ ਨਿਕਲੀ। ਤੂੰ ਬੈਠ ਆਪਣੀ ਚਾਚੀ ਕੋਲ, ਮੈਂ ਪਤਾ ਲੈ ਕੇ ਆਉਣਾ। ਉਹਨੂੰ ਮੇਰੇ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਇਹ ਕੰਮ ਕਰਕੇ ਆਈ ਹਾਂ। ਕਹੀ ਜਾਵੇ, ਮੈਂ ਵੀ ਕਹਾਂ, ਕੁੜੀ ਰਾਤ ਨੂੰ ਕਿਵੇਂ ਘਰੋਂ ਨਿਕਲੀ? ਚਾਚੀ ਤਾਂ ਕਤਲ ਵਾਲੀ ਗੱਲ ਸੁਣ ਕੇ ਘਬਰਾ ਹੀ ਗਈ। ਅੰਕਲ ਨੂੰ ਇੱਕ ਪਾਸੇ ਲੈ ਜਾ ਕੇ ਪਤਾ ਨਹੀਂ ਕੀ ਸਮਝਾਉਣ ਲੱਗੀ। ਘੰਟੇ ਕੁ ਬਾਅਦ ਅੰਕਲ ਮੇਰੇ ਪਿੰਡ ਪਤਾ ਲੈ ਕੇ ਮੁੜਿਆ। ਕੁੜੇ ਤੂੰ ਤਾਂ ਬੜੀ ਦਲੇਰੀ ਕੀਤੀ। ਚੇਅਰਮੈਨ ਦਾ ਮੁੰਡਾ ਆਪਦੇ ਬਾਪ ਵਰਗਾ ਹਰਾਮੀ ਹੋਣਾ। ਉਹਨੂੰ ਹਸਪਤਾਲ ਲੈ ਗਏ, ਸ਼ਾਇਦ ਪੋਸਟਮਾਰਟਮ ਹੋਊ। ਤੇਰੇ ਬਾਪ ਨੂੰ ਪੁਲਿਸ ਲੈ ਗਈ। ਇੱਥੇ ਸਾਰੇ ਪਿੰਡ ਨੂੰ ਪਤਾ ਤੂੰ ਇੱਥੇ ਆ। ਚੱਲ ਤੈਨੂੰ ਕਿਤੇ ਛੱਡ ਆਵਾਂ, ਨਹੀਂ ਤਾਂ ਪੁਲਿਸ ਨੇ ਸਾਨੂੰ ਵੀ ਚੱਕਰ 'ਚ ਪਾ ਲੈਣਾ। ਮੈਂ ਮੂੰਹ ਸਿਰ ਢੱਕ ਕੇ ਉਹਨਾਂ ਦੇ ਮੋਟਰਸਾਈਕਲ 'ਤੇ ਬੈਠ ਗਈ। ਉਹ ਮੈਨੂੰ ਨਾਨਕੀ ਛੱਡ ਆਏ। ਨਾਨਕੀ ਜਾ ਕੇ ਪਤਾ ਲੱਗਿਆ ਪਾਪੇ ਅਤੇ ਬੀਬੀ ਨੂੰ ਪੁਲਿਸ ਲੈ ਗਈ। ਮਾਮਾ 3 ਛੋਟੀਆਂ ਭੈਣਾਂ ਨੂੰ ਲੈ ਆਇਆ। ਸ਼ਿੰਦਾ ਬੁੱਗਾ ਹਸਪਤਾਲ 'ਚ ਬੇਹੋਸ਼ ਪਿਆ ਸੀ। ਕਿਸੇ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਸਾਡੇ ਘਰ ਕੌਣ ਸਿੱਟ ਗਿਆ। ਜਿੱਥੋਂ ਭਾਪੇ ਨੂੰ ਫੜਿਆ ਉਹਨਾਂ ਗਵਾਹੀ ਦਿੱਤੀ। ਭਾਗ ਮਿਸਤਰੀ ਤਾਂ ਸਵੇਰ ਦਾ ਕੰਮ 'ਤੇ ਸੀ। ਬੀਬੀ ਦੀ ਬਾਂਹ ਟੁੱਟੀ ਹੋਈ ਸੀ। ਉਹ ਇੰਨਾ ਜ਼ਖਮ ਕਰ ਨਹੀਂ ਸਕਦੀ। ਉਂਝ ਵੀ ਹਸਪਤਾਲ ਗਈ ਹੋਈ ਸੀ। ਉੱਥੋਂ ਆਉਂਦੀ ਨੂੰ ਹੀ ਪੁਲਿਸ ਨੇ ਚੱਕਿਆ ਸੀ। ਲੋਕ ਸੋਚਦੇ ਚਾਰੇ ਕੁੜੀਆਂ ਸਕੂਲ ਗਈਆਂ ਹੋਈਆਂ ਸੀ। ਬੀਬੀ ਭਾਪੇ ਦਾ ਚਿੱਤੇ ਵੀ ਨਹੀਂ ਸੀ ਕਿ ਇਹ ਸਭ ਕੁਝ ਕਰਕੇ ਭੱਜ ਗਈਆਂ। ਮੇਰੀਆਂ ਛੋਟੀਆਂ ਭੈਣਾਂ ਨੇ ਦੱਸਿਆ, ਜਦੋਂ ਸਕੂਲੋਂ ਆਈਆਂ ਮੈਨੂੰ ਲੱਭ ਰਹੀਆਂ ਸੀ। ਉਹਨਾਂ ਤੂੜੀ ਵਾਲੇ ਕੋਠੇ 'ਚ ਲਾਸ਼ ਦੇਖੀ। ਰੋਂਦੀਆਂ ਬਾਹਰ ਨੂੰ ਭੱਜੀਆਂ। ਲੋਕ ਇਕੱਠੇ ਹੋ ਗਏ। ਖਬਰ ਅੱਗ ਵਾਂਗੂ ਸਾਰੇ ਪਿੰਡ 'ਚ ਫੈਲ ਗਈ। ਸ਼ਿੰਦਾ ਚੇਅਰਮੈਨ ਦਾ ਇਕੱਲਾ ਮੁੰਡਾ ਸੀ। ਉਹਨੂੰ ਗੱਡੀ 'ਚ ਪਾ ਕੇ ਹਸਪਤਾਲ ਲੈ ਗਏ। ਪੁਲਿਸ ਵੀ ਪਹੁੰਚ ਗਈ ਸੀ। ਪਾਪਾ ਪੁਲਿਸ ਨੂੰ ਕਹੀ ਜਾਵੇ, ਥਾਣੇਦਾਰ ਸਾਹਿਬ ਕੋਈ ਦੁਸ਼ਮਣੀ ਕੱਢਣ ਨੂੰ ਮੇਰੇ ਘਰ ਮਾਰ ਕੇ ਸੁੱਟ ਗਿਆ। ਕਈ ਦਿਨਾਂ ਬਾਅਦ ਜਦੋਂ ਸ਼ਿੰਦੇ ਨੂੰ ਸੁਰਤ 'ਚ ਆ ਕੇ ਬਿਆਨ ਦਿੱਤੇ ਤਾਂ ਲੋਕਾਂ ਨੂੰ ਅਸਲੀ ਗੱਲ ਦਾ ਪਤਾ ਲੱਗਾ। ਪੁਲਿਸ ਮੈਨੂੰ ਲੱਭਣ ਲੱਗੀ। ਪਾਪਾ ਬਿਆਨ ਦੇਣ ਲੱਗਾ, ਮੇਰੀ ਕੁੜੀ ਦਾ ਕੰਮ ਨਹੀਂ, ਮੈਂ ਹੀ ਉਸ ਨੂੰ ਮਾਰਿਆ।
ਪੁਲਿਸ ਮੈਨੂੰ ਫੜਨ ਲਈ ਰਿਸ਼ਤੇਦਾਰੀਆਂ 'ਚ ਛਾਪੇ ਮਾਰਨ ਲੱਗੀ। ਮਾਮੇ ਨੇ ਸੋਚਿਆ ਗੋਪਾਲਪੁਰ ਛੱਡ ਦਿੰਦੇ ਹਾਂ, ਉੱਥੇ ਪੁਲਿਸ ਨੂੰ ਸ਼ੱਕ ਨਹੀਂ ਪੈਣੀ, ਕਿਸੇ ਨੂੰ ਪਤਾ ਵੀ ਨਹੀਂ ਸਿਮਰ ਉੱਥੇ ਮੰਗੀ ਹੋਈ ਆ। ਭਾਵੇਂ ਸਗਾ ਰੱਤਾ ਸਾਕਸੀ, ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਮਾਮੇ ਦਾ ਬਹੁਤਾ ਹੀ ਜ਼ੋਰ ਪਾਉਣ 'ਤੇ ਮਾਮੀ ਨੇ ਉਹਨਾਂ ਕੋਲੋਂ ਪੁੱਛ ਲਿਆ। ਉਹ ਮਾਮੀ ਦੇ ਰਿਸ਼ਤੇ ਵਿੱਚੋਂ ਭੈਣ ਦਾ ਮੁੰਡਾ ਹੀ ਸੀ। ਸਿਮਰ ਨੂੰ ਕੁਝ ਦਿਨ ਰੱਖ ਲਵੋ, ਅਸੀਂ ਚਾਹੁੰਦੇ ਹਾਂ ਬਾਹਰੋਂ ਬਾਹਰ ਜ਼ਮਾਨਤ ਹੋ ਜਾਵੇ। ਕਿੱਥੇ ਕੁੜੀ ਥਾਣੇ 'ਚ ਰੁੜੂ, ਮਾਮੀ ਜੀ ਨੇ ਕਿਹਾ। ਖੋਨੀ ਨੂੰ ਘਰ ਰੱਖ ਕੇ ਅਸੀਂ ਵੀ ਫਸਾਂਗੇ, ਮੇਰਾ ਹੋਣ ਵਾਲਾ ਪਤੀ ਬੋਲਿਆ, ਜਿਹੜਾ ਮੇਰੇ ਮੂੰਹ ਦੇਖਦਾ ਦੇਖਦਾ ਅੱਖਾਂ ਨਹੀਂ ਸੀ ਝਮਕਦਾ। ਹੁਣ ਸਾਡਾ ਕੋਈ ਰਿਸ਼ਤਾ ਨਹੀਂ ਭਾਈ, ਇਹੋ ਜਿਹੀ ਕੁੜੀ ਨਾਲ ਵਿਆਹ ਕੇ ਮੁੰਡੇ ਨੂੰ ਕੁਝ ਧੱਕਾ ਦੇਈਏ। ਮੇਰੀ ਹੋਣ ਵਾਲੀ ਸੱਸ ਨੇ ਜਵਾਬ ਦਿੱਤਾ, ਇਹੋ ਜਿਹੇ ਕੇਸਾਂ 'ਚ ਬਾਹਰੋਂ ਬਾਹਰ ਜ਼ਮਾਨਤ ਨਹੀਂ ਹੁੰਦੀ। ਬੀਬੀ ਨੂੰ ਤਾਂ ਪੁਲਿਸ ਨੇ ਰਿਹਾ ਕਰ ਦਿੱਤਾ, ਅਦਾਲਤ ਨੇ ਮੈਨੂੰ ਭਗੌੜਾ ਕਰਾਰ ਦੇ ਦਿੱਤਾ। ਮੈਨੂੰ ਆਤਮ ਸਮਰਪਣ ਕਰਨਾ ਪਿਆ। ਪਤਾ ਨਹੀਂ ਮਾਮੇ ਨੇ ਕਿੱਥੋਂ ਲਿਆ ਕੇ ਵਕੀਲ ਨੂੰ ਪੈਸੇ ਦਿੱਤੇ। ਕਚਹਿਰੀਆਂ ਤੋਂ ਬਾਹਰ ਭਾਪੇ ਨੇ ਜ਼ਿੰਦਗੀ 'ਚ ਪਹਿਲੀ ਵਾਰ ਮੈਨੂੰ ਗਲ ਨਾਲ ਲਾਇਆ। ਸਿਮਰ ਚੰਗਾ ਕੀਤਾ, ਸਾਲੇ ਨੂੰ ਜਾਨੋਂ ਹੀ ਮਾਰ ਦੇਣਾ ਤੀ। ਮੇਰੀਆਂ ਭੁੱਬਾਂ ਨਿਕਲ ਗਈਆਂ। ਭਾਪੇ ਨੂੰ ਜ਼ਮਾਨਤ ਮਿਲ ਗਈ। ਅਗਲੀ ਤਰੀਕ 'ਤੇ ਆਉਂਦਿਆਂ ਭਾਪੇ ਤੇ ਮਾਮੇ ਦੇ ਸਕੂਟਰ ਦਾ ਐਕਸੀਡੈਂਟ ਹੋ ਗਿਆ। ਪਾਪਾ ਪੂਰਾ ਹੋ ਗਿਆ, ਮਾਮਾ ਅਜੇ ਤੱਕ ਮੰਜੇ 'ਤੇ ਆ। ਪੈਸੇ ਪੂਰੇ ਨਾ ਮਿਲਣ ਕਰਕੇ ਵਕੀਲ ਨੇ ਕੇਸ ਲੜਨੋਂ ਨਾਂਹ ਕਰ ਦਿੱਤੀ। ਜੱਜ ਨੇ ਸਰਕਾਰੀ ਵਕੀਲ ਦਵਾ ਦਿੱਤਾ। 7 ਸਾਲ ਦੀ ਸਜ਼ਾ ਹੋ ਗਈ। ਗੁਨਾਹਗਾਰ ਬਾਹਰ ਹੋਰ ਕਬੂਤਰੀਆਂ ਫੜਦਾ ਫਿਰਦਾ ਸੀ। ਜੇਲ੍ਹ ਦਾ ਮੇਰੇ ਮਨ 'ਚ ਬਹੁਤ ਹਊਆ ਸੀ। ਜੇਲ੍ਹ 'ਚ ਜਾ ਕੇ ਨਿਕਲ ਗਿਆ। ਅੰਦਰ ਜਾਂਦਿਆਂ ਹੀ ਲੰਬੜਦਾਰ ਔਰਤ ਨੇ ਪੁੱਛਿਆ, ਕੀ ਕਰਕੇ ਆਈ ਹੈ? 307 'ਚ, ਮੈਂ ਹੌਲੀ ਜਿਹਾ ਕਿਹਾ। ਉਹ ਹੱਸ ਪਈ। ਮੈਨੂੰ ਬੈਰਕ ਨੰਬਰ 2 'ਚ ਰੱਖਿਆ ਗਿਆ। ਪਹਿਲਾਂ ਤਾਂ ਲੱਗੇ, ਹਾਏ ਰੱਬਾ, ਮੈਂ ਕਿਹੋ ਜਿਹੀ ਥਾਂ ਆ ਗਈ। ਸਾਰੇ ਹੀ ਅਪਰਾਧੀ ਵਿਰਤੀ ਦੇ ਲੋਕ। ਰਾਤ ਨੂੰ ਜੋ ਮੇਰੇ ਨਾਲ ਆਲੇ ਦੁਆਲੇ ਪੈਂਦੀਆਂ ਦੋਵੇਂ ਔਰਤਾਂ ਦਾ ਭੈ ਆਉਂਦਾ। ਇੱਕ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਤੇ ਬੱਚੇ ਨੂੰ ਮਾਰ ਦਿੱਤਾ ਸੀ। ਹੁਣ ਉਸ ਪ੍ਰੇਮੀ ਨੂੰ ਛੱਡ ਕੇ ਹੋਰ ਪ੍ਰੇਮੀ ਨੂੰ ਬਣਾ ਲਿਆ ਸੀ। ਦੂਜੀ ਤੀਵੀਂ ਦੇ ਵਪਾਰ ਤੇ ਚਿੱਟਾ ਵੇਚਣ ਦੇ ਕੇਸ 'ਚ ਆਈ ਸੀ। ਉਹ ਮੈਨੂੰ ਦੱਸਦੀ, ਇੱਕ ਕੰਮ ਕਰੋ ਪੂਰੇ ਮਨ ਨਾਲ। ਦੋਵੇਂ ਪਾਸੇ ਲੱਤਾਂ ਅੜਾਉਣ ਕਰਕੇ ਮੈਂ ਫਸ ਗਈ। ਚਿੱਟਾ ਵੇਚਣ ਦਾ ਕੰਮ ਛੱਡ ਦੇਣਾ ਬਹੁਤ ਰਿਸਕ ਆ। ਦੂਜਾ ਕਰੂੰਗੀ। ਤੂੰ ਮੈਨੂੰ ਜੇਲ੍ਹ ਤੋਂ ਬਾਹਰ ਮਿਲੀ, ਮੇਰਾ ਤੇਰੇ 'ਤੇ ਦਿਲ ਆ ਗਿਆ। ਤੈਨੂੰ ਭਾਬੀ ਬਣਾਉਣਾ। ਮੇਰਾ ਇੱਕ ਮੂੰਹ ਬੋਲਾ ਭਾਈ ਆ, ਤੈਨੂੰ ਖੁਸ਼ ਰੱਖੂਗਾ, ਬਹੁਤ ਪਿਆਰ ਕਰੂਗਾ। ਉਹ ਬੋਲਣੋਂ ਨਾ ਹਟਦੀ। ਮੈਂ ਪੜ੍ਹਨ ਦਾ ਫੈਸਲਾ ਕਰ ਲਿਆ। ਮੈਨੂੰ ਅਧਿਆਪਕ ਬਣਨ ਦਾ ਸ਼ੌਕ ਸੀ। +2 ਦੇ ਪੇਪਰ ਦਿੱਤੇ, ਫਿਰ B.Ed ਕਰਨ ਦਾ ਫੈਸਲਾ ਲਿਆ। ਮਨ ਜਦ ਬਹੁਤ ਉਦਾਸ ਹੁੰਦਾ, ਮੈਂ ਕੈਦੀ ਔਰਤ ਨੇ ਪੈਨਸਿਲ ਨਾਲ ਕਾਪੀ 'ਤੇ ਸਕੈਚ ਬਣਾਉਂਦੀ ਰਹਿੰਦੀ। ਉਹ ਦੇਖ ਕੇ ਬਹੁਤ ਖੁਸ਼ ਹੁੰਦੀਆਂ। ਵਾਰਡਨ ਮੇਰੇ ਨਾਲ ਨੇੜਤਾ ਰੱਖਣ ਲੱਗੀ। ਉਹ ਮੈਨੂੰ ਸਮਝਾਉਣ ਲੱਗੀ, ਸੁਪਰਡੈਂਟ ਤੇਰੇ 'ਚ ਰੁਚੀ ਦਿਖਾਉਂਦਾ। ਜਿਵੇਂ ਮੈਂ ਮੌਜਾਂ ਲੁੱਟਦੀਆਂ, ਜੇ ਤੈਂ ਮੌਜਾਂ ਲੁੱਟਣੀਆਂ ਤਾਂ ਦੱਸ। ਹਫ਼ਤੇ 'ਚ 6 ਦਿਨ ਜੇਲ੍ਹ ਤੋਂ ਬਾਹਰ ਰਿਹਾ ਕਰੇਂਗੀ। ਸਾਹਿਬ ਦੀ ਕੋਠੀ, ਉਹਦਾ ਤਲਾਕ ਕੇਸ ਚੱਲਦਾ, ਤੇਰੇ ਨਾਲ ਵਿਆਹ ਕਰਵਾ ਲਊ। ਭੈਣੇ, ਮੈਂ ਪਹਿਲਾਂ ਹੀ ਬਿਨਾਂ ਗੱਲੋਂ ਸਜ਼ਾ ਭੁਗਤ ਰਹੀ ਹਾਂ, ਮੈਥੋਂ ਹੋਰ ਖੂਨ ਨਾ ਕਰਵਾ ਦੀ, ਕਹਿ ਕੇ ਮੈਂ ਪਰਾਂ ਨੂੰ ਤੁਰ ਗਈ ਸਾਂ। ਜੇਲ੍ਹ ਸੁਪਰਡੈਂਟ ਜੇਲ੍ਹ ਕੱਟ ਰਹੀਆਂ ਤੀਵੀਆਂ ਜਿਹੜੀਆਂ ਉਹਨੂੰ ਚੰਗੀਆਂ ਲੱਗਦੀਆਂ ਇਸ ਔਰਤ ਰਾਹੀਂ ਲੈ ਜਾਂਦਾ। ਮੇਰੇ 'ਤੇ ਵੀ ਬਹੁਤ ਡੋਰੇ ਪਾਏ। B.Ed ਕਰਕੇ ਜਦੋਂ ਮੈਂ ਟੈਟ ਦਾ ਪੇਪਰ ਦੇਣਾ ਸੀ, ਵਾਰਡਨ ਰਾਹੀਂ ਸੁਨੇਹਾ ਭੇਜਿਆ, ਜੇ ਪੇਪਰ ਦੇਣਾ ਤਾਂ ਇੱਕ ਰਾਤ ਉਹਦੇ ਨਾਲ ਰਹਿਣਾ ਪਊ। ਮੇਰੀ ਮੁਲਾਕਾਤ ਨੂੰ ਆਈ ਬੀਬੀ ਦੱਸਦੀ, ਬੰਤੂ ਬਾਣੀਏ ਤੋਂ ਭਾਪੇ ਨੇ ਪੈਸੇ ਫੜੇ ਸੀ, ਉਹਨੇ ਮਕਾਨ 'ਤੇ ਕਬਜ਼ਾ ਕਰ ਲਿਆ। ਚੇਅਰਮੈਨ ਨੇ ਸਾਨੂੰ ਪਿੰਡੋਂ ਉਜਾੜ ਦਿੱਤਾ। ਬੀਬੀ ਨੇ ਸ਼ਹਿਰ ਦੇ ਪਛੜੇ ਜਿਹੇ ਇਲਾਕੇ 'ਚ ਕਮਰਾ ਕਿਰਾਏ 'ਤੇ ਲੈ ਲਿਆ। ਉੱਥੇ ਕਈ ਘਰਾਂ ਦਾ ਕੰਮ ਸਾਂਭ ਲਿਆ। ਕੁੜੀਆਂ ਜਵਾਨ ਹੋ ਰਹੀਆਂ ਸੀ। ਵੱਡੀ ਪ੍ਰੀਤੀ ਪੜ੍ਹਦੀ, ਨਾਲ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗੀ ਸੀ। ਮੇਰਾ ਮਨਪਸੰਦ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਮਿਲ ਗਿਆ। ਮੈਂ ਫਰਵਰੀ ਵਿੱਚ ਮੇਰੀ ਰਿਹਾਈ ਹੋ ਗਈ। ਅਪ੍ਰੈਲ 'ਚ ਨਵੀਆਂ ਕਲਾਸਾਂ ਸ਼ੁਰੂ ਹੋਈਆਂ। ਸਨਫਲਾਵਰ ਸਕੂਲ ਵਿੱਚ ਪੜ੍ਹਾਉਣ ਲੱਗੀ। ਤਨਖਾਹ ਤਾਂ ਨਿਗਿਉਣੀ ਜਿਹੀ ਸੀ, ਪਰ ਬੱਚਿਆਂ 'ਚ ਜਾ ਕੇ ਮਨ ਬਹੁਤ ਪਰਚਿਆ ਰਹਿੰਦਾ। ਮਾਂ ਬੁੱਢੀ ਹੋ ਰਹੀ ਸੀ, ਭੈਣਾਂ ਜਵਾਨ ਹੋ ਰਹੀਆਂ ਸੀ। ਘਰੇ ਜਾ ਕੇ ਟਿਊਸ਼ਨਾਂ ਪੜ੍ਹਾਉਣ ਅਤੇ ਤਸਵੀਰਾਂ ਬਣਾਉਣ ਲੱਗ ਜਾਂਦੀ। ਪੜ੍ਹਾਉਣ ਵੇਲੇ ਬੱਚਿਆਂ ਨੂੰ ਸਮਝਾਉਣ ਲਈ ਬੋਰਡ 'ਤੇ ਬਣਾਈਆਂ ਤਸਵੀਰਾਂ ਪ੍ਰਿੰਸੀਪਲ ਸਰ ਨੇ ਦੇਖੀਆਂ, ਬਹੁਤ ਪ੍ਰਭਾਵਿਤ ਹੋਏ। ਉਹ ਕਲਾ ਨੂੰ ਪਿਆਰ ਕਰਨ ਵਾਲੇ ਸੀ। ਮੈਂ ਉਹਨਾਂ ਨੂੰ ਆਪਣੇ ਸ਼ੌਂਕ ਬਾਰੇ ਦੱਸਿਆ। ਦੂਜੇ ਦਿਨ ਘਰੋਂ ਲਿਆ ਕੇ ਤਸਵੀਰਾਂ ਦਿਖਾਈਆਂ। ਵਾਹ ਜੀ ਵਾਹ, ਕਿੰਨੀਆਂ ਕੁ ਨੇ। ਖੁਸ਼ ਹੁੰਦਿਆਂ ਪ੍ਰਿੰਸੀਪਲ ਸਾਹਿਬ ਪੁੱਛਦੇ ਨੇ, ਸਾਜੀ ਵੀਕ ਹੋਰ ਨੇ, ਬਹੁਤ ਸਮਝੇ ਤੈਨੂੰ ਚਿੱਤਰਕਾਰੀ ਦੀ। ਸਾਨੂੰ ਮਾਣ ਆ ਕਿ ਸਾਡੇ ਸਕੂਲ 'ਚ ਪੜ੍ਹਾ ਰਹੀ ਹੈ। ਮੇਰਾ ਦੋਸਤ ਆ ਸੁਰਜੀਤ ਪਾਤਰ, ਪੰਜਾਬ ਕਲਾ ਪਰਿਸ਼ਦ ਦਾ ਪ੍ਰਧਾਨ ਆ। ਉਹਨੂੰ ਕਹਿ ਕੇ ਤੇਰੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਵਾਂਗੇ।
ਮੇਰੇ ਧੰਨ ਭਾਗ ਸਰ ਜੀ, ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਮੈਂ ਆਪਣੇ ਸਕੂਲ ਦੀ ਲੈਬ ਤਿਆਰ ਕਰਨੀ ਹੈ, ਤੁਸੀਂ ਉਸ ਦੀਆਂ ਕੰਧਾਂ 'ਤੇ ਕਮਾਲ ਜ਼ਰੂਰ ਦਿਖਾਓ। ਰੰਗ ਅਤੇ ਹੋਰ ਸਮਾਨ ਦੀ ਲਿਸਟ ਬਣਾ ਕੇ ਦੇਵੋ, ਕੱਲ੍ਹ ਮੰਗਵਾ ਲਾਂਗੇ। ਠੀਕ ਹੈ ਸਰ। ਕਿਸੇ ਨੇ ਮੇਰੇ ਕੰਮ ਦੀ ਕਦਰ ਤਾਂ ਪਾਈ। ਮੈਂ ਫੁੱਲੇ ਨਾ ਸਮਾ ਰਹੀ ਸੀ। ਲੈਬ 'ਚ ਸਾਇੰਸ ਨਾਲ ਸੰਬੰਧਿਤ ਤਸਵੀਰਾਂ ਬਣਾ ਕੇ ਸਜਾ ਦਿੱਤਾ। ਜਦੋਂ ਪੀਰੀਅਡ ਵਿਹਲਾ ਹੁੰਦਾ, ਰੰਗ ਬਰੱਸ਼ ਲੈ ਕੇ ਝੱਟ ਕਮਰੇ 'ਚ ਜਾ ਹਾਜ਼ਰ ਹੁੰਦੀ। ਭਾਵੇਂ ਇਸ ਕੰਮ ਦਾ ਮੈਨੂੰ ਕੁਝ ਮਿਲਣਾ ਨਹੀਂ ਮਿਲਣਾ, ਪਰ ਇਹ ਮੇਰਾ ਪਸੰਦੀਦਾ ਕੰਮ ਸੀ। ਲੈਬ ਤਿਆਰ ਹੋ ਗਈ। ਉਦਘਾਟਨ ਹੁਸ਼ਿਆਰ ਬੱਚਿਆਂ ਅਤੇ ਵਿਸ਼ੇਸ਼ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਰੱਖ ਕੇ ਪ੍ਰਿੰਸੀਪਲ ਨੇ ਚੇਅਰਮੈਨ ਨੂੰ ਬੁਲਾ ਲਿਆ। ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਰੀਬਨ ਕੱਟ ਰਿਹਾ ਸੀ। ਜੇ ਪਹਿਲਾਂ ਪਤਾ ਲੱਗ ਜਾਂਦਾ, ਮੈਂ ਕਿਹੜਾ ਰੋਕ ਦੇਣਾ ਸੀ। ਰੀਬਨ ਕੱਟ ਕੇ ਚੇਅਰਮੈਨ ਲੈਬ ਦੇਖ ਰਹੇ ਸੀ। ਤਸਵੀਰਾਂ ਦੇਖ ਕੇ ਉਹਦੀ ਤਾਰੀਫ ਕਰਨ ਲੱਗਿਆ। ਪ੍ਰਿੰਸੀਪਲ ਬੋਲੇ, ਮੈਂ ਲਿਆਉਣਾ ਇਹਨਾਂ ਨੂੰ ਬਣਾਉਣ ਵਾਲੇ ਨੂੰ। ਸਿਮਰ ਮੈਡਮ ਕਹਿ ਕੇ ਆਵਾਜ਼ ਦਿੱਤੀ। ਮੈਂ ਅਧਿਆਪਕਾਂ ਵਿੱਚ ਖੜੀ ਸਾਂ, ਆਪਣੇ ਥਾਂ ਤੋਂ ਨਹੀਂ ਹਿੱਲੀ। ਉਹਨੂੰ ਦੇਖ ਕੇ ਮੇਰੇ ਖੂਨ 'ਚ ਭਾਂਬੜ ਮੱਚ ਰਹੇ ਸੀ। ਜੀ ਕਰਦਾ ਤੇ ਟੋਟੇ ਕਰ ਦੇਵਾਂ। ਇਹਨੇ ਮੇਰੀ ਜ਼ਿੰਦਗੀ ਬਰਬਾਦ ਕਰਤੀ। ਭਾਪੇ ਦਾ ਕਤਲ ਕਰਵਾ ਦਿੱਤਾ, ਸਾਨੂੰ ਘਰੋਂ ਬੇਘਰ ਕਰ ਦਿੱਤਾ। ਚੇਅਰਮੈਨ ਕਹਿ ਰਿਹਾ ਸੀ, ਅਜਿਹਾ ਕਲਾਕਾਰ ਸਨਮਾਨ ਦਾ ਹੱਕਦਾਰ ਆ। ਪ੍ਰਿੰਸੀਪਲ ਨੇ ਅਧਿਆਪਕ 'ਚ ਖੜੀ ਵੱਲ ਇਸ਼ਾਰਾ ਕਰਕੇ ਕਿਹਾ, ਉਹ ਮੈਡਮ ਨੇ, ਸਿਮਰ ਜੀ ਨੇ ਇਹ ਬਣਾਇਆ। ਚੇਅਰਮੈਨ ਨੇ ਮੇਰੇ ਵੱਲ ਦੇਖਿਆ, ਮੇਰੀਆਂ ਅੱਖਾਂ 'ਚ ਮਗਦੇ ਅੰਗਿਆਰਿਆਂ ਨੂੰ ਦੇਖਿਆ। ਉਹਦੇ ਚਿਹਰੇ ਦਾ ਰੰਗ ਬਦਲ ਗਿਆ। ਹੱਥ ਖੜਾ ਕਰਕੇ ਉਹ ਅੱਗੇ ਤੁਰ ਗਿਆ। ਜੇ ਮੈਂ ਆਪਣੇ ਆਪ ਨੂੰ ਬਾਥਰੂਮ 'ਚ ਬੰਦ ਨਾ ਕਰਦੀ, ਅੱਜ ਉਹਦਾ ਕਤਲ ਹੋ ਜਾਣਾ ਸੀ। ਸਨਮਾਨ ਸਮਾਰੋਹ ਵਿੱਚ ਬੱਚਿਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਸਨਮਾਨਿਤ ਕਰ ਰਹੇ ਸੀ। ਬਾਥਰੂਮ 'ਚੋਂ ਨਿਕਲ ਕੇ ਮੈਂ ਸਕੂਲ ਤੋਂ ਬਾਹਰ ਆ ਗਈ। ਮਾਈਕ ਤੋਂ ਮੇਰਾ ਨਾਮ ਬੋਲਿਆ ਜਾ ਰਿਹਾ ਸੀ। ਜੀ ਕਰਦਾ ਸੀ ਜਾ ਕੇ ਕੁੱਤੇ ਦਾ ਜੁੱਤੀਆਂ ਨਾਲ ਭਾਗ ਲਾ ਦਵਾਂ। ਟੋਟੇ ਟੋਟੇ ਕਰਦਾ ਸੀ। ਇਹਨਾਂ ਦਾ ਕੀ ਵਿਗਾੜਿਆ ਸੀ। ਬੱਸ ਚੜ੍ਹ ਕੇ ਘਰ ਆ ਗਈ। ਜਾ ਕੇ ਮੰਜੇ 'ਤੇ ਡਿੱਗ ਪਈ। ਦੂਜੇ ਦਿਨ ਪ੍ਰਿੰਸੀਪਲ ਨੇ ਸਨਮਾਨ ਕਰਨ ਲਈ ਬੁਲਾ ਲਿਆ। ਸਿਮਰ, ਤੁਸੀਂ ਵਧੀਆ ਪੜ੍ਹਾਉਂਦੇ ਹੋ। ਪੇਂਟਿੰਗਾਂ ਬਣਾਉਣ 'ਚ ਤੁਹਾਡੇ ਹੱਥ 'ਚ ਬੁਰਸ਼ ਦੀ ਰੱਬ ਦੀ ਬਖਸ਼ ਹੈ। ਬੱਚੇ ਅਤੇ ਉਹਨਾਂ ਦੇ ਮਾਪੇ ਤੁਹਾਨੂੰ ਪਸੰਦ ਕਰਦੇ ਨੇ। ਤੁਹਾਡੀ ਇੱਕ ਗੱਲ ਮਾੜੀ ਲੱਗੀ, ਤੁਸੀਂ ਆਪਣੇ ਬਾਰੇ ਜਾਣਕਾਰੀ ਸਾਡੇ ਤੋਂ ਲੁਕਾਉਣੀ ਨਹੀਂ ਸੀ। ਜੀ, ਸਜ਼ਾ ਕੱਟਣ ਵਾਲੀ ਗੱਲ ਤੁਸੀਂ ਦੱਸੀ ਨਹੀਂ। ਸਾਡੇ ਸਕੂਲ ਦਾ ਨਿਯਮ ਹੈ, ਕਿਸੇ ਵੀ ਅਪਰਾਧੀ ਦੀ ਸਜ਼ਾ ਕੱਟ ਕੇ ਆਏ ਮੁਜਰਮ ਨੂੰ ਨੌਕਰੀ 'ਤੇ ਨਹੀਂ ਰੱਖ ਸਕਦੇ। ਮਾਫ਼ ਕਰਨਾ, ਇਹ ਬੱਚਿਆਂ ਦਾ ਮਾਮਲਾ ਹੈ। ਅਸਤੀਫਾ ਅਸੀਂ ਤੁਹਾਡੇ ਜੁਆਇਨਿੰਗ ਵੇਲੇ ਜੋ ਲਿਖਵਾਇਆ ਸੀ ਉਹੀ ਮਨਜ਼ੂਰ ਕਰ ਲਿਆ। ਕੱਲ੍ਹ ਤੱਕ ਤੁਹਾਡੇ ਤਨਖਾਹ ਖਾਤੇ 'ਚ ਆ ਜਾਊਗੀ। ਚਾਹ ਪੀ ਕੇ ਜਾਣਾ। ਮੈਂ ਹੱਥ ਜੋੜ ਕੇ ਉੱਠ ਆਈ ਸਾਂ। ਘਰੇ ਜ਼ਹਿਰ ਖਾਣ ਨੂੰ ਪੈਸਾ ਨਹੀਂ। ਛੋਟੀਆਂ 2 ਭੈਣਾਂ ਨੇ ਅੱਗੇ ਪੜ੍ਹਨ ਲੱਗਣਾ ਸੀ। ਮੇਰੇ ਕੋਲ ਟਿਊਸ਼ਨ ਮੇਰੇ ਸਕੂਲ ਦੇ ਬੱਚੇ ਹੀ ਪੜ੍ਹਦੇ ਸੀ। ਸਕੂਲੋਂ ਹਟਣ ਕਰਕੇ ਉਹ ਟਿਊਸ਼ਨ ਪੜ੍ਹਨੋਂ ਹਟ ਗਏ। ਬੀਬੀ ਨੇ ਘਰਾਂ ਦਾ ਕੰਮ ਸਾਂਭਿਆ ਹੋਇਆ ਸੀ। ਮੇਰੇ ਤੋਂ ਛੋਟੀ ਟਿਊਸ਼ਨ ਪੜ੍ਹਾਉਂਦੀ ਆ। ਇਹਦੇ ਨਾਲ ਘਰ ਦੇ ਕਿਰਾਇਆ ਅਤੇ ਲੂਣ ਤੇਲ ਹੀ ਚੱਲਦਾ। ਅਸੀਂ ਛੋਟੀਆਂ ਭੈਣਾਂ ਲਈ ਇੱਕ ਨਿੱਕੇ ਮੋਟੇ ਕੰਮ ਲੱਭਣ ਲੱਗੇ। ਤਸਵੀਰਾਂ ਦੀ ਪ੍ਰਦਰਸ਼ਨੀ ਦੀ ਚਿੱਠੀ ਆ ਗਈ। ਹੁਣ ਮੇਰਾ ਮਨ ਨਹੀਂ ਸੀ ਕਰਦਾ। ਦੁਨੀਆ ਜਿਹੋ ਜਿਹੇ ਬੰਦਿਆਂ ਨਾਲ ਭਰੀ ਪਈ ਆ ਜੋ ਚੰਗੇ ਬਣੇ ਫਿਰਦੇ ਨੇ ਪਰ ਹੁੰਦੇ ਨਹੀਂ। 50 ਦੇ ਲਗਭਗ ਤਸਵੀਰਾਂ ਬਣਾਈਆਂ ਪਈਆਂ ਸੀ। ਜੇ ਕੁਝ ਵਿਕ ਜਾਣ, ਹੱਥ ਸੁਖਾਲਾ ਹੋ ਜਾਵੇ। ਇਸ ਦੇਸ਼ ਵਿੱਚ ਕਲਾ ਦੀ ਕਦਰ ਨਹੀਂ। ਸਾਰੇ ਪਰਿਵਾਰ ਦੇ ਜ਼ੋਰ ਪਾਉਣ 'ਤੇ ਮੈਂ ਪ੍ਰਦਰਸ਼ਨੀ ਲਾਉਣ ਦਾ ਮਨ ਬਣਾ ਗਿਆ। ਇੱਕ ਦਿਨ ਦੀ ਪ੍ਰਦਰਸ਼ਨੀ ਸੀ। ਲੋਕਾਂ ਦਾ ਉਤਸ਼ਾਹ ਦੇਖ ਕੇ ਹੈਰਾਨ ਰਹਿ ਗਈ। ਕਈ ਤਸਵੀਰਾਂ ਵਿਕ ਗਈਆਂ। ਮੈਡੀਟੇਸ਼ਨ ਨਾਂ ਦੀ ਪੇਂਟਿੰਗ, ਜਿਸ ਵਿੱਚ ਔਰਤ ਖਿੜਖੜਾ ਕੇ ਹੱਸ ਰਹੀ ਸੀ, ਉਸ ਦੀਆਂ ਗੱਲਾਂ ਤੋਂ ਹੰਝੂ ਵਗੇ ਜਾ ਰਹੇ ਸੀ, 2 ਲੱਖ ਦੀ ਵਿਕੀ। ਸਾਰੀਆਂ ਖਬਰਾਂ, ਟੀਵੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਦਾ ਚਰਚਾ ਸੀ। ਘਰੇ ਆ ਕੇ ਬੀਬੀ ਨੂੰ ਦੱਸਿਆ। ਜੱਫੀ ਪਾ ਕੇ ਕਹਿੰਦੀ, ਬਦਕਾਰ। ਉਹਦੀਆਂ ਅੱਖਾਂ 'ਚੋਂ ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।